ਜੀਓ। ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਗੋਵਿੰਦ ਗੁਣੀ ਨਿਧਾਨ ਹੈ, ਅੰਤ ਨਾ ਪਾਇਆ ਜਾਏ। ਕਥਨੀ ਬਦਨੀ ਨਾ ਪਾਈਐ, ਹਉਮੈ ਵਿੱਚੋਂ ਜਾਏ। ਸਤਿਗੁਰ ਮਿਲੀਐ ਸਦ ਭੈ ਰਚੈ, ਆਪ ਵਸੈ ਮਨ ਆਏ। ਭਾਈ ਰੇ ਗੁਰਮੁਖ ਬੂਝੈ ਕੋਇ, ਬਿਨ ਬੂਝੇ ਕਰਮ ਕਮਾਵਣੇ। ਜਨਮ ਪਦਾਰਥ ਖੋਏ ਰਹਾਉ, ਜਿਨੀ ਚਾਖਿਆ ਤਿਨੀ ਸਾਧ ਪਾਇਆ। ਬਿਨ ਚਾਖੇ ਭਰਮ ਭੁਲਾਏ, ਅੰਮ੍ਰਿਤ ਸਾਚਾ ਨਾਮ ਹੈ। ਕਹਿਣਾ ਕਛੂ ਨਾ ਜਾਏ, ਪੀਵਤ ਹੂੰ ਪਰਵਾਣ ਪਿਆ। ਪੂਰੈ ਸ਼ਬਦ ਸਮਾਏ, ਆਪੇ ਦੇ ਤਾਂ ਪਾਈਐ। ਹੋਰ ਕਰਣਾ ਕਿਛੂ ਨਾ ਜਾਏ। ਦੇਵਣ ਵਾਲੇ ਕੈ ਹੱਥ ਦਾਤ ਹੈ, ਗੁਰੂ ਦੁਆਰੈ ਪਾਏ। ਜੇਹਾ ਕੀ ਤੋਨ ਤੇਹਾ ਹੋਆ, ਜਿਹੇ ਕਰਮ ਕਮਾਏ। ਜਤ ਸਤ ਸੰਜਮ ਨਾਮ ਹੈ, ਵਿਣ ਨਾਮੈ ਨਿਰਮਲ ਨਾ ਹੋਏ। ਪੂਰੈ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜੁਗੋ ਜੁਗ ਅਟਲ, ਚਬਰ ਛਤਰ ਤਖਤ ਦੇ ਮਾਲਕ, ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਪ ਜੀ ਕਾ ਕੋਟਾਨ ਕੋਟਾਨ ਸ਼ੁਕਰਾਨਾ ਹੈ। ਇਸ ਜਿੰਦ ਦੇ ਵਿੱਚ ਸਵਾਸ ਬਖਸ਼ੇ ਹਨ ਤੇ ਇਹਨਾਂ ਸਵਾਸਾਂ ਨੂੰ ਸਫਲ ਬਣਾਉਣ ਵਾਸਤੇ ਆਪ ਜੀ ਨੇ ਬਖਸ਼ਿਸ਼ ਕਰਕੇ ਆਪਣੀ ਗੁਰੂ ਮੱਤ ਗੁਰਬਾਣੀ ਦੇ ਨਾਲ ਜੋੜਿਆ ਹੈ। ਸਤਿਗੁਰ ਦੀ ਕਿਰਪਾ ਦੇ ਨਾਲ ਫੇਸਬੁੱਕ ਲਾਈਵ ਆਡੀਓ ਦੇ ਇਸ ਮਾਧਿਅਮ ਦੇ ਰਾਹੀਂ, ਵਟਸਐਪ ਗਰੁੱਪਸ ਦੇ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਬਤ ਜਾਣੂ ਕਰਾਇਆ ਜਾਵੇ ਸਿੱਖ ਸੰਗਤਾਂ ਨੂੰ, ਤਾਂ ਕਿ ਆਪਾਂ ਰਲ ਮਿਲ ਕੇ ਇਹ ਸਮਝ ਸਕੀਏ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹ ਗਿਆਨ ਦੇ ਮੁਜੱਸਮੇ ਨੇ ਕਿ ਜਦੋਂ ਅਸੀਂ ਧੰਨ ਸੱਚੇ ਪਾਤਸ਼ਾਹ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਤੇ ਤੁਰਦੇ ਹਾਂ, ਕਿੰਨਾ ਜੀਵਨ ਦੇ ਵਿੱਚ ਆਨੰਦ ਆਉਂਦਾ ਹੈ, ਕਿੰਨਾ ਖੇੜਾ ਆਉਂਦਾ ਹੈ। ਗੱਲ ਕਿ ਹਰ ਮੁਸ਼ਕਲ ਦੇ ਨਾਲ ਸਾਹਮਣਾ ਕਰਨ ਦੀ ਸਿੱਖ ਦੇ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ ਜਦੋਂ ਉਹ ਆਪਣੀ ਮਨ ਦੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰ ਲੈਂਦਾ ਹੈ। ਸੱਚ ਜਾਣਿਓ, ਮੈਨੂੰ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹੁਣ ਜ਼ਿੰਦਗੀ ਦਾ ਇੱਕ ਅੰਗ ਬਣ ਚੁੱਕਿਆ ਹੈ ਕਿ ਜੇ ਰੋਜ਼ਾਨਾ ਇਹ ਗੁਰਮਤਿ ਦੀ ਵਿਚਾਰ ਦੇ ਨਾਲ ਨਾ ਜੁੜਾਂ ਤੇ ਇੰਜ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਅੱਜ ਬਹੁਤ ਕੁਝ ਅਧੂਰਾ ਰਹਿ ਗਿਆ ਹੈ। ਮੇਰੇ ਜੀਵਨ ਦਾ ਨਿਤਨੇਮ ਹੈ
ਤੇ ਇਹ ਨਿਤਨੇਮ ਬਣਿਆ ਹੈ ਆਪ ਗੁਰੂ ਕੀਆਂ ਸੰਗਤਾਂ ਦੇ ਪਿਆਰ ਦੇ ਸਦਕਾ। ਤੁਸੀਂ ਪਿਆਰ ਨਾਲ ਸਰਵਣ ਕਰਦੇ ਹੋ, ਜੀਵਨ ਦੇ ਵਿੱਚ ਵਸਾਉਂਦੇ ਹੋ ਤੇ ਆਪਣੇ ਮਿੱਤਰਾਂ, ਦੋਸਤਾਂ, ਭੈਣਾਂ, ਭਰਾਵਾਂ ਦੇ ਵਿੱਚ ਗੁਰਬਾਣੀ ਨੂੰ ਸ਼ੇਅਰ ਕਰਦੇ ਹੋ, ਤਾਂ ਕਿ ਕਿਸੇ ਦੇ ਘਰ ਦੇ ਵਿੱਚ ਵੀ ਕਹਿੰਦੇ ਸੱਚ ਦਾ ਦੀਵਾ ਬਾਲ ਦੇਣਾ, ਕਿਸੇ ਨੂੰ ਸੱਚ ਨਾਲ ਜਗਾ ਦੇਣਾ, ਸੱਚ ਨਾਲ ਜੋੜ ਦੇਣਾ, ਇਹ ਤੋਂ ਵੱਡੀ ਸੇਵਾ ਕੋਈ ਨਹੀਂ ਹੋ ਸਕਦੀ। ਜਿੱਥੇ ਸਾਰੀ ਦੁਨੀਆ ਅੰਧ ਵਿਸ਼ਵਾਸ, ਕਰਮ ਕਾਂਡਾਂ ਤੇ ਪਖੰਡਾਂ ਦੇ ਵਿੱਚ ਪਈ ਹੋਈ ਹੈ, ਉਹਦੇ ਵਿੱਚ ਕੋਈ ਸੱਚ ਦਾ ਦੀਵਾ ਬਾਲ ਕੇ ਲੋਕਾਂ ਦੇ ਘਰ ਵਿੱਚ ਸੱਚ ਦਾ ਚਾਨਣ ਕਰਨ ਤੁਰ ਪਵੇ, ਸਮਝ ਲੈਣਾ ਫਿਰ ਇਸ ਤੋਂ ਵੱਡੀ ਸੇਵਾ ਕੋਈ ਨਹੀਂ। ਇਹ ਤੁਸੀਂ ਸਾਰੇ ਰਲ ਕੇ ਕਰ ਸਕਦੇ ਆ। ਜਿਹੜੇ ਕਰ ਰਹੇ ਨੇ ਮੁਬਾਰਕ ਆ। ਤੁਹਾਨੂੰ ਗੁਰਬਾਣੀ ਤੇ ਦਾਵਾ ਨਹੀਂ ਵੀ ਇਹ ਕਿਸੇ ਪ੍ਰਚਾਰਕ ਦੀ ਹੈ, ਬਸ ਇਹ ਸਾਰਿਆਂ ਦੀ ਹੈ। ਹਰ ਇੱਕ ਸਿੱਖ ਪ੍ਰਚਾਰਕ ਹੈ ਜਿਹਦੇ ਨਾਮ ਦੇ ਪਿੱਛੇ ਸਿੰਘ ਲੱਗਦਾ। ਹਰ ਇੱਕ ਨੂੰ ਗੁਰੂ ਸਾਹਿਬ ਜੀ ਨੇ ਇਹ ਹੱਕ ਦਿੱਤਾ ਹੈ ਵੀ ਤੂੰ ਗੁਰਮਤਿ ਪੜ੍ਹ, ਗੁਰਬਾਣੀ ਦੀ ਵਿਚਾਰ ਸਰਵਣ ਕਰ, ਉਹਨੂੰ ਜੀਵਨ 'ਚ ਵਸਾ ਤੇ ਦੂਜਿਆਂ ਨੂੰ ਸਮਝਾਏ ਇਹਦੇ ਬਾਰੇ। ਸੋ ਆਓ ਵੀਰ ਮੇਰਿਓ, ਆਪ ਸਾਰਿਆਂ ਦਾ, ਸਰੋਤੇ ਜਣਾਂ ਦਾ ਜੀ ਆਇਆਂ ਕਰਦਿਆਂ ਹੋਇਆਂ ਆਓ ਸਾਹਿਬ ਸ੍ਰੀ ਗੁਰੂ 33 ਨੰਬਰ ਪੰਨੇ ਦੇ ਉੱਤੇ ਸੁਭਾਏਮਾਨ ਹੈ ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਏ ਬਚਨ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ਼੍ਰੀ ਰਾਗ ਦਾ ਇਹ 50 ਨੰਬਰ ਅੱਜ ਦਾ ਸ਼ਬਦ ਹੈ। ਅਕਸਰ ਆਪ ਨੂੰ ਪਤਾ ਹੀ ਹੈ, ਰਹਾਉ ਦੇ ਬੰਦ ਤੋਂ ਆਪਾਂ ਸ਼ਬਦ ਦੀ ਵਿਚਾਰ ਪ੍ਰਾਰੰਭ ਕਰਦੇ ਹਾਂ। ਅੱਜ ਦੇ ਬੰਦ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਭਾਈ ਰੇ ਗੁਰਮੁਖ ਬੂਝੈ ਕੋਏ। ਸਤਿਗੁਰੂ ਕਹਿੰਦੇ, ਹੇ ਮੇਰੇ ਵੀਰ, ਹੇ ਮੇਰੇ ਭਰਾ, ਕੋਈ ਵਿਰਲਾ ਹੀ ਹੈ ਜੋ ਗੁਰੂ ਜੀ ਦੇ ਸਨਮੁਖ ਰਹਿ ਕੇ, ਗੁਰਮੁਖ ਦਾ ਅਰਥ ਹੈ ਗੁਰੂ ਜੀ ਦੇ ਸਨਮੁਖ ਰਹਿਣ ਵਾਲਾ, ਜੋ ਗੁਰੂ ਜੀ ਕੇ ਉਪਦੇਸ਼ਾਂ ਤੇ ਤੁਰਦਾ ਹੈ, ਜੋ ਗੁਰੂ ਦੀ ਮੱਤ ਨੂੰ ਅਪਣਾ ਲੈਂਦਾ ਹੈ, ਜਿਸ ਨੇ ਆਪਣੀ ਮਨ ਦੀ ਛੱਡ ਦਿੱਤੀ ਹੈ ਤੇ ਗੁਰੂ ਦੀ ਮੱਤ ਧਾਰਨ ਕਰ ਲਈ ਹੈ। ਸਾਹਿਬ ਕਹਿੰਦੇ, ਹੇ ਮੇਰੇ ਵੀਰ, ਹੇ ਮੇਰੇ ਭਰਾ, ਕੋਈ ਵਿਰਲਾ ਹੀ ਹੈ ਜੋ ਗੁਰੂ ਜੀ ਦੇ ਸਨਮੁਖ ਹੋ ਕੇ, ਗੁਰੂ ਜੀ ਦੇ ਗਿਆਨ ਦੇ ਰਾਹੀਂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਦੇ ਰਾਹੀਂ ਬੁੱਝੈ ਕੋਏ, ਇਹ ਬੁਝਾਰਤ ਬੁੱਝ ਲੈਂਦਾ ਹੈ, ਇਹ ਜੀਵਨ ਦੀ ਜੁਗਤੀ ਬੁੱਝ ਲੈਂਦਾ ਹੈ ਕਿ ਇਹ ਜੀਵਨ ਕਿਵੇਂ ਸੱਚ ਦੇ ਰਸਤੇ ਤੇ ਤੋਰਨਾ ਹੈ। ਭਾਈ ਰੇ ਗੁਰਮੁਖ ਬੁੱਝੈ ਕੋਏ। ਹੇ ਮੇਰੇ ਵੀਰ, ਜਿਹੜਾ ਵੀ ਕੋਈ ਮਨੁੱਖ ਸਹੀ ਜੁਗਤ ਸਮਝਦਾ ਹੈ, ਉਹ ਗੁਰੂ ਜੀ ਦੇ ਰਾਹੀਂ ਹੀ ਸਮਝ ਪਾਉਂਦਾ ਹੈ। ਆਪਣੀ ਮਨ ਦੀ ਮੱਤ ਪਿੱਛੇ ਲੱਗ ਕੇ ਨਹੀਂ ਅਸੀਂ ਸਮਝ ਪਾਉਂਦੇ ਕਿ ਕੀ ਚੰਗੇ ਗੁਣ ਨੇ, ਕਿਹਨਾਂ ਨੂੰ ਜੀਵਨ ਵਿੱਚ ਧਾਰਨ ਕਰੀਏ ਖੁਸ਼ੀ ਮਿਲੇਗੀ। ਇਹ ਗੁਰੂ ਸ਼ਬਦ, ਗੁਰੂ ਉਪਦੇਸ਼, ਗੁਰੂ ਦੀ ਮੱਤ ਤੇ ਤੁਰ ਕੇ ਹੀ ਗੁਣਾਂ ਦਾ ਖਜ਼ਾਨਾ ਪ੍ਰਮਾਤਮਾ ਵਾਹਿਗੁਰੂ ਸਾਨੂੰ ਸਮਝ ਵਿੱਚ ਆਉਂਦਾ ਹੈ। ਬਿਨ ਬੂਝੈ ਕਰਮ ਕਮਾਵਣੇ, ਜਨਮ ਪਦਾਰਥ ਖੋਏ ਰਹਾਓ। ਸਤਿਗੁਰੂ ਕਹਿੰਦੇ, ਸਾਰੀ ਉਮਰ ਜੇ ਸਹੀ ਜੀਵਨ ਦੀ ਜੁਗਤੀ ਸਮਝ ਨਹੀਂ ਆਈ, ਜੇ ਵੇ ਆਫ ਲਾਈਫ ਸਮਝ ਨਹੀਂ ਆਇਆ ਕਿ ਅਸੀਂ ਕਿਵੇਂ ਆਪਣੀ ਲਾਈਫ ਨੂੰ ਚਲਾਉਣਾ ਹੈ, ਅੱਜ ਅਸੀਂ ਭਟਕੇ ਫਿਰ ਰਹੇ ਹਾਂ। ਸਾਨੂੰ ਪਤਾ ਹੀ ਨਹੀਂ ਹੈਗਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਚਲਾਉਣਾ ਹੈ। ਇਸੇ ਕਰਕੇ ਅਸੀਂ ਇਹ ਸੋਚ ਲਿਆ ਹੈ, ਮਿੱਥ ਲਿਆ ਹੈ, ਕਿਉਂਕਿ ਮੇਰਾ ਬਾਪ ਸਾਰੀ ਉਮਰ ਪੈਸੇ ਦੇ ਪਿੱਛੇ ਦੌੜਦਾ ਰਿਹਾ, ਹੁਣ ਪੁੱਤਰ ਨੇ ਵੀ ਇਹ ਸੋਚ ਲਿਆ ਕਿ ਜ਼ਿੰਦਗੀ ਹੈ ਹੀ ਪੈਸਾ ਹੈ, ਕਿਉਂਕਿ ਉਹਦਾ ਆਲਾ ਦੁਆਲਾ ਇਨਵਾਇਰਮੈਂਟ ਹੀ ਐਸਾ ਹੈ, ਮਾਹੌਲ ਐਸਾ ਹੈ। ਜੇ ਬਾਪ ਗੁਰਮਤਿ ਨਾਲ ਜੁੜਿਆ ਹੁੰਦਾ, ਗੁਰੂ ਉਪਦੇਸ਼ ਉਹਦੇ ਜੀਵਨ 'ਚ ਕਰ ਕੀਤੇ ਹੁੰਦੇ, ਉਹਦੇ ਜੀਵਨ ਵਿੱਚ ਸੱਚ ਸਮੋਇਆ ਹੁੰਦਾ, ਤੇ ਜ਼ਾਹਰ ਜੀ ਗੱਲ ਸੀ ਘਰ ਦੇ ਵਿੱਚ ਉਹ ਸੱਚ ਦੀ ਕਿਰਪਾ, ਉਹ ਸੱਚ ਦੀ ਬਰਕਤ ਬਣੀ ਰਹਿੰਦੀ। ਅੱਜ ਬਹੁਤਾਤ ਜ਼ਿੰਦਗੀ ਬਿਨਾਂ ਜਾਣਿਆ, ਬਿਨਾਂ ਸਮਝਿਆਂ ਦੌੜ ਰਹੀ ਹੈ। ਕਿਸੇ ਨੂੰ ਪਤਾ ਨਹੀਂ ਮੇਰੀ ਜ਼ਿੰਦਗੀ ਦੀ ਮੰਜ਼ਿਲ ਕੀ ਹੈ। ਹਰ ਕੋਈ ਸੰਸਾਰੀ ਮੰਜ਼ਲਾਂ ਨੂੰ ਆਪਣੀ ਜ਼ਿੰਦਗੀ ਦੀ ਮੰਜ਼ਿਲ ਬਣਾ ਕੇ ਬੈਠਾ ਹੈ। ਕੋਈ ਕਹਿੰਦਾ ਮੈਂ ਵੱਡਾ ਟਰਾਂਸਪੋਰਟਰ ਬਣ ਜਾਵਾਂ, ਕਿਸੇ ਦੀ ਮੰਜ਼ਿਲ ਹੈ ਕਿ ਮੈਂ ਇੱਕ ਮਿਨਿਸਟਰ ਬਣ ਜਾਵਾਂ, ਕਿਸੇ ਦੀ ਮੰਜ਼ਿਲ ਹੈ ਕਿ ਮੈਨੂੰ ਸੰਸਾਰ ਦੀ ਤਮਾਮ ਦੌਲਤ ਮਿਲ ਜਾਵੇ। ਗੱਲ ਕੀ ਕੇਵਲ ਸੰਸਾਰ ਦੇ ਰੁਝੇਵਿਆਂ ਦੇ ਵਿੱਚ ਬੱਝੇ ਹੋਏ ਆ, ਪਰ ਗੁਰਮੁਖ ਦੀ ਮੰਜ਼ਿਲ ਪਦਾਰਥ ਨਹੀਂ ਹੈ। ਜਿਹੜਾ ਗੁਰੂ ਦੀ ਮੱਤ ਤੇ ਤੁਰ ਪਿਆ, ਉਹਨੂੰ ਮੰਜ਼ਿਲ ਦਿਸ ਗਈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਮੈਂ ਆਪਣੇ ਇਸ ਜੀਵਨ ਨੂੰ ਸੰਵਾਰ ਕੇ ਪ੍ਰਮਾਤਮਾ ਦੇ ਘਰ ਜਾਣਾ ਹੈ।
ਇਹ ਨਹੀਂ ਕਿ ਮੈਂ ਆਪਣੇ ਜੀਵਨ ਨੂੰ ਬਰਬਾਦ ਕਰਕੇ ਨਿਰੰਕਾਰ ਦੇ ਘਰ ਜਾਣਾ। ਹੁਣ ਇੱਕ ਮਨੁੱਖ ਉੱਠਿਆ ਸਵੇਰੇ, ਉਹਨੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਹੈ, ਨਿਤਨੇਮ ਕੀਤਾ ਹੈ, ਬਾਣੀ ਦੀ ਵਿਚਾਰ ਸਰਵਣ ਕੀਤੀ ਹੈ ਸਵੇਰੇ ਉੱਠ ਕੇ, ਭਾਵੇਂ ਇੱਕ ਸ਼ਬਦ ਹੀ ਵਿਚਾਰਿਆ ਹੈ। ਉਸ ਤੋਂ ਬਾਅਦ ਉਹ ਆਪਣੇ ਕੰਮ ਤੇ ਚਲਾ ਗਿਆ, ਜੋ ਸੰਸਾਰੀ ਕਾਰ ਵਿਹਾਰ ਹੈ। ਧੀ ਮੇਰੀ ਭੈਣ, ਮੇਰੀ ਬੱਚੀ, ਮੇਰੀ ਮਾਂ ਘਰ ਦੇ ਕਾਰੋਬਾਰ 'ਚ ਲੱਗ ਗਈ ਹੈ। ਹੁਣ ਸਾਰਾ ਦਿਨ ਅੰਦਰ ਇੱਕ ਸ਼ਕਤੀ ਹੈ, ਇੱਕ ਸ਼ਾਂਤੀ ਹੈ ਗੁਰਬਾਣੀ ਦੀ ਵਿਚਾਰ ਦੀ। ਹੁਣ ਸਮਝ ਪੈ ਗਈ ਹੈ ਸੰਸਾਰ ਇੱਕ ਜ਼ਰੀਆ ਹੈ ਪਰਮਾਤਮਾ ਤੱਕ ਪਹੁੰਚਣ ਦਾ। ਹੁਣ ਸੰਸਾਰ ਦੇ ਵਿੱਚ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਵੇਖਦੇ ਹਾਂ, ਮਾਨਵਤਾ ਦੀ ਸੇਵਾ ਕਰਦੇ ਹਾਂ, ਆਪਣੇ ਪਰਿਵਾਰਿਕ ਜ਼ਿੰਮੇਵਾਰੀਆਂ ਫਰਜ਼ ਨਿਭਾਉਂਦੇ ਹਾਂ, ਇਮਾਨਦਾਰੀ ਦੀ ਕਿਰਤ ਕਰਦੇ ਹਾਂ। ਮਨੁੱਖ ਹੌਲੀ ਹੌਲੀ ਆਪਣੀ ਜੀਵਨ ਦੀ ਯਾਤਰਾ ਨੂੰ ਸਫਲ ਕਰਦਾ ਹੋਇਆ ਇੱਕ ਦਿਨ ਉਹ ਦਿਨ ਆ ਜਾਂਦਾ ਹੈ ਜਿਸ ਦਿਨ ਇਹ ਆਪਣੇ ਜੀਵਨ ਨੂੰ ਸੰਵਾਰ ਲੈਂਦਾ ਹੈ, ਸ਼ਿੰਗਾਰ ਲੈਂਦਾ ਹੈ, ਜਿਸ ਦੇ ਜੀਵਨ ਦੇ ਵਿੱਚੋਂ ਗੁਰਬਾਣੀ ਦੀ, ਗੁਰਮਤ ਦੀ, ਸਤਿਗੁਰੂ ਕੇ ਸਿਧਾਂਤਾਂ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਇਹ ਜੀਵਨ ਬਣਾਉਣਾ ਪਵੇਗਾ, ਆਪਣੇ ਆਪ ਨਹੀਂ ਬਣਨਾ। ਇਹ ਮਤਾਂ ਸੋਚਿਓ ਕਿ ਆਪਣੇ ਆਪ ਬਣੇਗਾ, ਮਿਹਨਤ ਕਰਨੀ ਪਵੇਗੀ। ਜਿਵੇਂ ਇੱਕ ਪੱਥਰ ਨੂੰ ਤਰਾਸ਼ ਕੇ ਪੱਥਰ ਨੂੰ ਘੜਨ ਵਾਲਾ, ਮੂਰਤੀ ਘੜਨ ਵਾਲਾ ਮੂਰਤੀ ਤਿਆਰ ਕਰ ਦਿੰਦਾ ਹੈ, ਇਵੇਂ ਜਦੋਂ ਅਸੀਂ ਆਪਣੇ ਪੱਥਰ ਵਰਗੇ ਜੀਵਨ ਨੂੰ ਗੁਰੂ ਜੀ ਨੂੰ ਸਮਰਪਣ ਕਰ ਦੇਵਾਂਗੇ ਤੇ ਸਤਿਗੁਰੂ ਦੀ ਮੱਤ, ਗੁਰੂ ਦਾ ਗਿਆਨ ਸਾਡੇ ਇਸ ਜੀਵਨ ਨੂੰ ਘੜ ਕੇ ਸਾਨੂੰ ਗੁਰਸਿੱਖ ਬਣਾ ਦੇਵੇਗਾ, ਸਾਨੂੰ ਗੁਰਮੁਖ ਬਣਾ ਦੇਵੇਗਾ। ਪਰ ਸਾਹਿਬ ਕਹਿੰਦੇ ਚੇਤਾ ਰੱਖਿਓ, ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਕੋਏ। ਬਿਨ ਬੂਝੇ ਦਾ ਅਰਥ ਹੈ ਜਿਹਨੂੰ ਇਹ ਬੁਝਾਰਤ ਸਮਝ ਨਹੀਂ ਆਈ। ਕਰਮ ਕਮਾਵਣੇ, ਕੰਮ ਕੀਤੇ ਜਾਣੇ, ਕਰੀ ਜਾਣਾ, ਪਰ ਪਤਾ ਨਾ ਹੋਵੇ ਕਿ ਇਹਨਾਂ ਕੰਮਾਂ ਤੋਂ ਫਾਇਦਾ ਕੀ ਹੋਵੇਗਾ। ਜੇ ਮਨੁੱਖ ਕਰਮ ਕਾਂਡ ਕਰ ਰਿਹਾ ਹੈ, ਹੁਣ ਮਨੁੱਖ ਸੋਚ ਰਿਹਾ ਹੈ ਕਿ ਨਿਸ਼ਾਨ ਸਾਹਿਬ ਤੇ ਮੱਥਾ ਟੇਕਣਾ ਹੈ, ਇਹ ਧਰਮ ਆ, ਇਹ ਤੋਂ ਗੁਰੂ ਖੁਸ਼ ਹੋਵੇਗਾ। ਨਹੀਂ, ਗੁਸਤਾਖੀ ਮਾਫ, ਇਹ ਕਰਮ ਕਾਂਡ ਹੈ। ਮੈਂ ਗੁਟਕਾ ਲੈ ਕੇ 40-40, 50-50 ਸੁਖਮਨੀ ਸਾਹਿਬ ਦੇ ਪਾਠ ਕਰ ਰਿਹਾ, ਇਹ ਤੋਂ ਸੋਚਦੇ ਹਾਂ ਸ਼ਾਇਦ ਗੁਰੂ ਖੁਸ਼ ਹੋਵੇਗਾ, ਹੋ ਸਕਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਇਹ 40 ਸੁਖਮਨੀ ਸਾਹਿਬ ਦੇ ਪਾਠਾਂ ਦਾ ਲਾਭ ਤੇ ਮੈਂ ਤੈਨੂੰ ਤਾਂ ਸਮਝਾਣਾ ਵੀ ਤੇਰੇ ਜੀਵਨ 'ਚੋਂ ਇਹਦੀ ਖੁਸ਼ਬੂ ਵੀ ਆਵੇ। ਆ ਸੁਖਮਨੀ ਸੁਸਾਇਟੀਆਂ ਬਣੀਆਂ ਨੇ, ਸਾਡੇ ਵੀ ਬਣੀਆਂ ਸ਼ਹਿਰ ਦੇ ਵਿੱਚ, ਤਕਰੀਬਨ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੈ। ਤੇ ਕਿਤੇ ਲਾਗੇ ਜਾ ਕੇ ਉਹਨਾਂ ਦੇ ਖਲੋ ਕੇ ਵੇਖ ਲਓ ਨਾ, ਇੱਕ ਮੈਨੂੰ ਅੱਜ ਸ਼ਬਦ ਨਹੀਂ ਪੜਨ ਦਿੱਤਾ, ਇੱਥੇ ਲੜਾਈਆਂ ਨੇ, ਇੱਥੇ ਇੱਕ ਦੂਜੇ ਨਾਲ ਈਰਖਾ ਹੈ। ਉਹ ਦੂਸਰੇ ਨੂੰ ਵਾਜੇ ਦੇ ਉੱਤੇ ਬੈਠਿਆ ਵੇਖ ਕੇ ਬਰਦਾਸ਼ਤ ਹੀ ਨਹੀਂ ਕਰ ਪਾਉਂਦਾ। ਕਾਹਦੀ ਜ਼ਿੰਦਗੀ ਹੈ? ਇਹਦਾ ਮਤਲਬ ਗੁਰਬਾਣੀ ਮਹਿਜ਼ ਮੂੰਹ ਤੋਂ ਗਾਈ ਗਈ ਹੈ, ਹਿਰਦੇ 'ਚੋਂ ਈਰਖਾ ਤੇ ਗਈ ਕੋਈ ਨਹੀਂ, ਕਪਟ ਕੋਈ ਗਿਆ ਕੋਈ ਨਹੀਂ। ਕੀਰਤਨ ਕਰਦਿਆਂ ਵੀ ਮਨ ਈਰਖਾ ਨਾਲ ਭਰਿਆ ਹੈ। ਇਹਦਾ ਮਤਲਬ ਜੀਭ ਜੋ ਗਾ ਰਹੀ ਹੈ ਉਹ ਮਨ ਨਹੀਂ ਗਾ ਰਿਹਾ। ਸਾਡੀ ਜ਼ਿੰਦਗੀ ਇੱਥੇ ਹੀ ਖਲੋਤੀ ਹੈ, ਬਿਨ ਬੂਝੇ ਕਰਮ ਕਮਾਵਣੇ। ਸਮਝ ਹੀ ਨਹੀਂ ਪਈ ਕਿ ਜੋ ਮੈਂ ਇਹ ਕਰਮ ਕਰ ਰਿਹਾ, ਇਹ ਬਾਣੀ ਪੜ੍ਹ ਰਿਹਾ, ਅਖੰਡ ਪਾਠ ਕਰ ਰਿਹਾ, ਸਹਿਜ ਪਾਠ ਕਰਾ ਰਿਹਾ, ਬਾਣੀ ਪੜ੍ਹ ਰਿਹਾ, ਇਹਦਾ ਫਾਇਦਾ ਕੀ ਹੈ, ਲਾਭ ਕੀ ਹੈ? ਇਹਦਾ ਲਾਭ ਇਹਦਾ ਸੰਸਾਰੀ ਪਦਾਰਥ ਨਹੀਂ, ਲਾਭ ਇਹਦਾ ਜੀਵਨ ਹੈ, ਜੀਵਨ ਬਣਨਾ ਚਾਹੀਦਾ ਹੈ। ਗੁਰਬਾਣੀ ਜ਼ਿੰਦਗੀ ਜਿਉਣ ਦੀ ਘਾੜਤ ਘੜਨ ਵਾਸਤੇ ਹੈ, ਕਰਮ ਕਾਂਡ ਕਰਨ ਵਾਸਤੇ ਨਹੀਂ, ਸੰਕਟ ਮੋਚਨ ਬਣਨ ਵਾਸਤੇ ਨਹੀਂ। ਗੁਰਬਾਣੀ ਕੋਈ ਇਹ ਨਹੀਂ ਕਿ ਆਹ ਮੰਤਰ ਦਾ ਜਾਪ ਕੀਤੇ ਹਾਂ ਢਿੱਡ ਪੀੜ ਠੀਕ ਹੋ ਜਾਵੇਗੀ। ਅਸੀਂ ਗੁਰਬਾਣੀ ਨੂੰ ਮੰਤਰਾਂ ਦਾ ਜਾਪ ਬਣਾ ਲਿਆ ਹੈ, ਜਦ ਕਿ ਗੁਰਬਾਣੀ ਜ਼ਿੰਦਗੀ ਦੀ, ਜੀਵਨ ਦੀ ਕਲਾ ਹੈ ਕਿ ਜੀਵਨ ਨੂੰ ਕਿਵੇਂ ਜਿਉਣਾ ਹੈ। ਤਾਂ ਸਭ ਕਹਿੰਦੇ ਬਿਨ ਬੂਝੇ ਕਰਮ ਕਮਾਵਣੇ। ਸਹੀ ਜੀਵਨ ਦੀ ਜੁਗਤ ਸਮਝਣ ਤੋਂ ਬਿਨਾਂ ਮਨੁੱਖ ਆਪਣੀ ਮਨ ਦੀ ਮੱਤ ਪਿੱਛੇ ਲੱਗ ਕੇ ਕੀ ਕਰ ਰਿਹਾ ਹੈ? ਕਰਮ ਕਮਾਵਣੇ। ਆਪਣੇ ਬਣਾਏ ਹੋਏ, ਮਿਥੇ ਹੋਏ ਪਖੰਡ ਦੇ ਅਧੀਨ ਧਾਰਮਿਕ ਕਰਮ ਕਾਂਡ ਕਰ ਰਿਹਾ ਹੈ। ਤੇ ਸਾਹਿਬ ਕਹਿੰਦੇ ਇਹ ਚੋਂ ਲਾਭ ਕੁਝ ਲਿਆ, ਜਨਮ ਪਦਾਰਥ ਕੋਏ। ਆਪਣਾ ਕੀਮਤੀ ਮਨੁੱਖਾ ਜੀਵਨ ਇਨ੍ਹਾਂ ਕਰਮ ਕਾਂਡਾਂ ਤੇ ਪਖੰਡਾਂ ਦੇ ਪਿੱਛੇ ਲੱਗ ਕੇ ਬਰਬਾਦ ਕਰ ਲਿਆ। ਇੱਕ ਗੱਲ ਚੇਤੇ ਰੱਖਿਓ, ਇੱਥੇ ਮੈਂ ਗੱਲ ਦੱਸ ਦੇਣੀ ਚਾਹੁੰਦਾ, ਗੁਰੂ ਨਾਨਕ ਦੇ ਘਰ ਦੇ ਵਿੱਚ ਨਾ ਕਰਮ ਕਾਂਡ ਪ੍ਰਵਾਨ ਆ, ਨਾ ਪਖੰਡ ਪ੍ਰਵਾਨ ਆ। ਹੁਣ ਕਰਮ ਕਾਂਡ ਕੀ ਆ? ਸਾਨੂੰ ਤੇ ਇਹ ਵੀ ਨਹੀਂ ਪਤਾ ਲੱਗਾ ਕਿ ਕਰਮ ਕਾਂਡ ਦੀ ਪਰਿਭਾਸ਼ਾ ਕੀ ਹੈ। ਉਹ ਕਰਮ ਜਿਹੜੇ ਕੀਤੇ ਤੇ ਜਾਣ, ਪਰ ਇਹ ਨਾ ਪਤਾ ਹੋਵੇ ਇਹ ਕਿਉਂ ਕਰਨੇ ਨੇ। ਜਿਵੇਂ ਅੱਜ ਬਹੁਤਾਤ ਸਿੱਖ ਪਰਿਵਾਰਾਂ ਦੇ ਵਿੱਚ ਮੇਰੀ ਦਾਦੀ ਕਰਦੀ ਹੁੰਦੀ ਸੀ ਜੀ, ਮੈਂ ਤਾਂ ਕਰ ਰਿਹਾ,
ਮੇਰੀ ਮਾਂ ਕਰਦੀ ਹੁੰਦੀ ਸੀ, ਮੈਂ ਤਾਂ ਕਰ ਰਿਹਾ। ਅਖੰਡ ਪਾਠ ਰੱਖਿਆ, ਨਾਲ ਨਰੀਅਲ ਰੱਖਣਾ ਹੈ, ਨਾਲ ਘੜਾ ਪਾਣੀ ਦਾ ਭਰ ਕੇ ਰੱਖਣਾ ਹੈ, ਨਾਲ ਜੋਤ ਜਗਾਉਣੀ ਹੈ। ਹੁਣ ਇਹ ਗੁਰਮਤਿ ਦੇ ਕਾਰਜ ਨਹੀਂ ਗੇ ਮਾਫ ਕਰਨਾ, ਇਹ ਸਾਡੇ ਮਨ ਤੋਂ ਨਿਕਲੇ ਹੋਏ ਅੰਨੀ ਸ਼ਰਧਾ ਤੇ ਅਗਿਆਨਤਾ ਵਿੱਚੋਂ ਨਿਕਲੇ ਹੋਏ ਕਰਮ ਨੇ, ਜਿਹੜੇ ਗੁਰਮਤਿ ਵਿੱਚ ਪ੍ਰਵਾਨ ਨਹੀਂ। ਕਿ ਅਸੀਂ ਕਰਮ ਕਾਂਡਾਂ ਤੇ ਆਪਣਾ ਜੀਵਨ ਜੋੜ ਕੇ ਬੈਠੇ ਹਾਂ। ਹੁਣ ਸਾਹਿਬ ਅੱਜ ਦਾ ਜਿਹੜਾ ਰਹਾਉ ਦਾ ਬੰਧ ਹੈ ਪਾਵਨ ਸ਼ਬਦ ਦਾ, ਇਹੀ ਗੱਲ ਸਮਝਾ ਰਿਹਾ ਹੈ। ਕਹਿੰਦੇ ਬਿਨ ਬੂਝੇ ਕਰਮ ਕਮਾਵਣੇ, ਜੀਵਨ ਦੀ ਸਹੀ ਜੁਗਤੀ ਨਹੀਂ ਸਮਝ, ਪਰ ਕਰ ਕੀ ਰਿਹਾ? ਕਰਮ ਕਮਾਵਣੇ, ਕਰਮ ਕਾਂਡ ਕਰ ਰਿਹਾ, ਧਰਮ ਦੇ ਨਾਂ ਤੇ ਪਖੰਡ ਕਰ ਰਿਹਾ। ਪਰ ਸਾਹਿਬ ਕਹਿੰਦੇ ਇਹ ਚੋਂ ਲਾਭ ਕੁਝ ਨਹੀਂ ਮਿਲਿਆ, ਜਨਮ ਪਦਾਰਥਕ ਹੋਏ। ਆਪਣੇ ਹੀਰੇ ਵਰਗੇ ਜਨਮ ਨੂੰ ਬਰਬਾਦ ਕਰ ਲਿਆ ਇਹ ਕੌਡੀ ਪਖੰਡ ਦੇ ਕਰਮ ਕਾਂਡਾਂ ਦੇ ਵਿੱਚ, ਕੁਝ ਵੀ ਲਾਭ ਨਹੀਂ ਮਿਲੇ। ਰਹਾਉ, ਇਹ ਰਹਾਉ ਦਾ ਬੰਦ ਹੈ ਅੱਜ ਦਾ ਸਬਜੈਕਟ ਹੈ। ਹੇ ਮੇਰੇ ਵੀਰ, ਹੇ ਮੇਰੇ ਭਰਾ, ਜੇ ਸਹੀ ਜੀਵਨ ਦੀ ਜੁਗਤੀ ਸਮਝਣਾ ਚਾਹੁੰਦਾ ਹੈ, ਭਾਈ ਰੇ ਗੁਰਮੁਖ ਬੂਝੈ ਕੋਏ, ਫਿਰ ਸੱਚੇ ਪਾਤਸ਼ਾਹ ਧੰਨ ਗੁਰਬਾਣੀ, ਗੁਰੂ ਸ਼ਬਦ, ਗੁਰੂ ਉਪਦੇਸ਼ ਦੇ ਮੁਤਾਬਕ ਆਪਣਾ ਜੀਵਨ ਤੋਰ। ਤੈਨੂੰ ਜੀਵਨ ਦੀ ਸਹੀ ਜੁਗਤੀ ਸਮਝ ਆ ਜਾਵੇਗੀ, ਜੀਵਨ ਦੀ ਸਹੀ ਸਕਿੱਲ ਸਮਝ ਆ ਜਾਵੇਗੀ। ਪਰ ਜੇ ਤੂੰ ਬਿਨਾਂ ਬੁੱਝਿਆਂ, ਬਿਨਾਂ ਜਾਣਿਆਂ, ਸਹੀ ਜੀਵਨ ਚਾਲ ਨੂੰ ਸਮਝਣ ਤੋਂ ਬਿਨਾਂ ਜੇ ਬਾਹਰ ਦੇ ਧਾਰਮਿਕ ਕਰਮ ਕਾਂਡ ਤੇ ਪਖੰਡ ਕਰ ਰਿਹਾ, ਚੇਤਾ ਰੱਖੀ ਤੂੰ ਆਪਣੇ ਜੀਵਨ ਨੂੰ ਬਰਬਾਦ ਕਰ ਰਿਹਾ, ਕੋਈ ਲਾਭ ਨਹੀਂ ਇਹਦਾ ਹੋਣਾ। ਕਿਉਂਕਿ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਪਣੀ ਲਾਈਫ ਦਾ ਐਕਸਪੀਰੀਅੰਸ ਸਾਡੇ ਸਾਹਮਣੇ ਰੱਖਿਆ ਹੈ। ਮੈਂ 63 ਸਾਲ ਕਰਮ ਕਾਂਡ ਕਰਦਾ ਰਿਹਾ, 63 ਸਾਲ ਪਖੰਡ ਕਰਦਾ ਰਿਹਾ, ਉਹਨਾਂ ਲੋਕਾਂ ਦੇ ਨਾਲ ਤੁਰਿਆ ਰਿਹਾ ਜਿਹੜੇ ਆਪਣੇ ਆਪ ਨੂੰ ਵੈਸ਼ਨੋ ਮਤ ਦੇ ਵੱਡੇ ਪੁਜਾਰੀ ਕਹਿੰਦੇ ਸਨ। ਪਰ ਉਸ ਦਿਨ ਮੈਂ ਹਿੱਲ ਗਿਆ ਜਿੱਦਣ ਇੱਕ ਨੇ ਇਹ ਕਹਿ ਕੇ ਮੈਨੂੰ ਨਕਾਰ ਦਿੱਤਾ, ਭਾਈ ਤੂੰ ਤੇ ਨਗੁਰਾ ਹੈ। ਹੱਦ ਕੀ ਮੈਂ ਇਤਨੇ ਧਾਰਮਿਕ ਕਰਮ ਕਾਂਡ ਇੰਨੀ ਸ਼ਰਧਾ ਵਿੱਚ ਭਿੱਜ ਕੇ ਕਰਦਾ ਰਿਹਾ, ਪਰ ਮੈਨੂੰ ਇਸ ਕਰਕੇ ਨਹੀਂ ਪ੍ਰਵਾਨ ਕੀਤਾ ਕਿ ਮੇਰਾ ਗੁਰੂ ਨਹੀਂ ਕੋਈ। ਤਾਂ ਮੈਂ ਉਹਨਾਂ ਨੂੰ ਅਸਵੀਕਾਰ ਕਰ ਦਿੱਤਾ ਕਿ ਮੈਂ ਐਸਾ ਧਰਮ ਨਹੀਂ ਚਾਹੁੰਦਾ ਕਿ ਮੇਰੀ ਜ਼ਿੰਦਗੀ ਦੀ ਕੀਤੀ ਹੋਈ ਕਮਾਈ ਦਾ ਮੈਨੂੰ ਕੋਈ ਲਾਭ ਹੀ ਨਾ ਮਿਲੇ। ਆ ਪਿਆ ਜੇ ਤੁਹਾਡਾ ਪਖੰਡ, ਸੰਭਾਲੀ ਜਾਓ। ਅੱਜ ਤੋਂ ਮੈਂ ਵੈਸ਼ਨੋ ਦੇਵੀ ਦੀਆਂ ਯਾਤਰਾਵਾਂ ਤੇ ਨਹੀਂ ਆਉਣਾ। ਉਸ ਦਿਨ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਗੁਰੂ ਸ਼ਬਦ ਸੁਣਿਆ, ਗੁਰਬਾਣੀ ਦੀ ਵਿਚਾਰ ਸੁਣੀ, ਤੇ ਜੀਵਨ ਬਦਲ ਗਿਆ। ਧੰਨ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਸਮਰਪਣ ਕਰ ਦਿੱਤਾ। ਦੁਨੀਆ ਮਤਾਂ ਇਸ ਭੁਲੇਖੇ ਵਿੱਚ ਰਹਿ ਜਾਵੇ, ਇਸ ਪਖੰਡ ਵਿੱਚ ਰਹਿ ਜਾਵੇ, ਸਤਿਗੁਰੂ ਜੀ ਨੇ ਜ਼ਿੰਮੇਵਾਰੀ ਸਮਝਦਿਆਂ ਸ਼ਬਦ ਉਚਾਰਨ ਕੀਤਾ, ਉਹ ਭਾਈ ਇਹਨਾਂ ਕਰਮ ਕਾਂਡਾਂ ਤੇ ਪਖੰਡਾਂ ਚੋਂ ਕੁਝ ਨਹੀਂ ਜੇ ਲੱਭਿਆ ਤੇ ਨਾ ਲੱਭਣਾ। ਜੇ ਸੱਚੀ ਜੇ ਕੋਈ ਚੀਜ਼ ਲੱਭਣੀ ਚਾਹੁੰਦੇ ਆ ਤੇ ਗੁਰੂ ਜੀ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਵਸਾਓ, ਗੁਰੂ ਦੀ ਮੱਤ ਤੇ ਚੱਲ ਕੇ ਚੰਗਾ ਜੀਵਨ ਬਣਾਓ। ਸਤਿਗੁਰੂ ਜੀ ਬਾਰ-ਬਾਰ ਕਹਿੰਦੇ, ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਪਰ ਨਾ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਦੀ ਸਿੱਖਿਆ ਕੋਈ ਅਸੀਂ ਸੁਣ ਲਈਏ। ਸੁਖਮਨੀ ਸਾਹਿਬ ਵਿੱਚ ਬਾਰ-ਬਾਰ ਕਹਿੰਦੇ, ਕਿਣਕਾ ਇੱਕ ਜਿਸ ਜੀ ਵਸਾਵੇ। ਕਹਿੰਦੇ ਭਾਈ ਇੱਕ ਕਿਣਕਾ ਹੀ ਵਸਾ ਲਾ, ਇਹਦੇ ਵਿੱਚੋਂ ਤੇਰਾ ਕੁਝ ਸਵਰ ਜਾਵੇ, ਤੇਰਾ ਕੁਝ ਭਲਾ ਹੋ ਜਾਵੇ। ਪਰ ਮਨੁੱਖ ਦੀ ਜ਼ਿੰਦਗੀ ਨਹੀਂ ਇੱਧਰ ਨੂੰ ਤੁਰਨ ਨੂੰ ਤਿਆਰ। ਤੋ ਸਾਹਿਬ ਕਹਿੰਦੇ ਕਰਮ ਕਾਂਡਾਂ ਦਾ ਮਰਿਆ ਮਨੁੱਖ ਪਖੰਡਾਂ ਦੇ ਵਿੱਚ ਜੀਵਨ ਜਿਉ ਰਿਹਾ ਹੈ। ਹੁਣ ਅੱਜ ਦੇ ਸ਼ਬਦ ਦਾ ਪਹਿਲਾ ਬੰਦ ਹੈ। ਸਾਹਿਬ ਜੀ ਕਹਿ ਰਹੇ ਨੇ, ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ, ਸ਼੍ਰੀ ਰਾਗ ਮਹੱਲਾ ਤੀਜਾ, ਗੋਬਿੰਦ ਗੁਣੀ ਨਿਧਾਨ ਹੈ, ਅੰਤ ਨ ਪਾਇਆ ਜਾਏ। ਗੋਬਿੰਦ ਦਾ ਅਰਥ ਹੈ ਧਰਤੀ ਦੇ ਜੀਵਾਂ ਦੀ ਦਿਲ ਦੀ ਜਾਣਨ ਵਾਲਾ ਪਰਿਪੂਰਨ ਪ੍ਰਮਾਤਮਾ। ਗੋਬਿੰਦ, ਵਿੰਦ ਦਾ ਅਰਥ ਹੈ, ਗੋ ਦਾ ਅਰਥ ਹੈ ਧਰਤੀ, ਵਿੰਦ ਦਾ ਅਰਥ ਹੈ ਜੀਵਾਂ ਦੀ ਜਾਣਨ ਵਾਲਾ। ਗੋਬਿੰਦ, ਜੀਵ ਜਿਹੜੇ ਧਰਤੀ ਤੇ ਰਹਿ ਰਹੇ ਨੇ ਉਹਨਾਂ ਦੇ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲਾ ਅੰਤਰਜਾਮੀ। ਗੁਣੀ ਨਿਧਾਨ, ਗੁਣਾਂ ਦਾ ਨਿਧਾਨ ਦਾ ਅਰਥ ਹੈ ਖਜ਼ਾਨਾ, ਗੁਣਾਂ ਦਾ ਖਜ਼ਾਨਾ, ਅੰਤ ਨਾ ਪਾਇਆ ਜਾਏ। ਕੋਈ ਵੀ ਉਹਦਾ ਆਰ ਜਾਂ ਪਾਰ ਨਹੀਂ ਪਾ ਸਕਦਾ। ਸਮੁੱਚੀ ਪੰਕਤੀ ਦੇ ਅਰਥ ਨੇ, ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਜੀ ਸਾਰਿਆਂ ਗੁਣਾਂ ਦਾ ਖਜ਼ਾਨਾ ਹੈ, ਬੇਅੰਤ ਗੁਣਾਂ ਦਾ ਮਾਲਕ ਹੈ। ਉਸ ਦੇ ਕੋਈ ਗੁਣਾਂ ਦਾ ਅੰਤ ਨਹੀਂ ਪਾ ਸਕਦਾ। ਉਹ ਇਨਫਿਨਿਟ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹਦਾ ਕੋਈ ਆਰ ਜਾਂ ਪਾਰ ਨਹੀਂ ਦੱਸ ਸਕਦਾ, ਤੇ ਨਾ ਹੀ ਕੋਈ ਅੱਜ ਤੱਕ ਉਹਦਾ ਆਰ ਜਾਂ ਪਾਰ ਵਾਲਾ ਬੰਨਾ ਲੱਭ ਸਕਿਆ। ਗੋਬਿੰਦ ਗੁਣੀ ਨਿਧਾਨ ਹੈ, ਪਰਿਪੂਰਨ ਪ੍ਰਮਾਤਮਾ ਜੀ ਜੀਵਾਂ ਦੇ ਦਿਲਾਂ ਦੀਆਂ ਜਾਣਨ ਵਾਲੇ ਸਾਰੇ ਗੁਣਾਂ ਦੇ ਖਜ਼ਾਨੇ ਨੇ, ਪਰ ਉਹਦਾ ਕੋਈ ਅੰਤ ਨਹੀਂ ਦੱਸ ਸਕਿਆ। ਸਭ ਕਹਿੰਦੇ ਉਹਦਾ ਕੀ ਅੰਤ?
ਅੰਤ ਨ ਜਾਪੇ ਕੀਤਾ ਆਕਾਰ, ਅੰਤ ਨ ਜਾਪੇ ਪਾਰਾਵਾਰ, ਅੰਤ ਕਾਰਨ ਕੇਤੇ ਬਿਲਾਏ, ਤਾਂ ਕਿ ਅੰਤ ਨ ਪਾਏ ਜਾਹੇ। ਇਹ ਅੰਤ ਨ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਕਹਿੰਦੇ ਠੀਕ ਆ, ਜੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨੂੰ ਜਾਣਨਾ ਚਾਹੁੰਦਾ, ਜੀਵਨ ਬਣਾ ਆਪਣਾ, ਉਹਦੇ ਵਰਗਾ ਬਣਨਾ ਸ਼ੁਰੂ ਕਰ, ਉਹਦੇ ਵਰਗੇ ਗੁਣ ਜੀਵਨ ਵਿੱਚ ਧਾਰਨ ਕਰ। ਆਪਣੀ ਸੋਚ, ਆਪਣੀ ਸੁਰਤ, ਆਪਣਾ ਸੁਭਾਅ ਉਹਨੂੰ ਉੱਚਾ ਕਰ। ਆ ਨੀਵੀਆਂ ਸੋਚਾਂ, ਨੀਵੇਂ ਖਿਆਲ, ਗੰਦਗੀ ਦੇ ਭਰੇ ਵਿਚਾਰ ਤੈਨੂੰ ਛੱਡਣੇ ਪੈਣਗੇ ਜੇ ਪਰਿਪੂਰਨ ਪਰਮਾਤਮਾ ਦੇ ਨਾਲ ਸਾਂਝ ਪਾਉਣੀ ਹੈ, ਕਿਉਂਕਿ ਉਹਦੇ ਵਰਗਾ ਬਣ ਕੇ ਹੀ ਉਹਨੂੰ ਪਾਇਆ ਜਾ ਸਕਦਾ ਹੈ। ਕਥਨੀ ਬਦਨੀ ਨਾ ਪਾਈਐ, ਹਉਮੈ ਵਿੱਚੋਂ ਜਾਏ। ਸਭ ਕਹਿੰਦੇ ਚੇਤਾ ਰੱਖੀ, ਗੱਲਾਂ ਬਾਤਾਂ ਦੇ ਨਾਲ ਨਹੀਂ ਉਹ ਪਰਮਾਤਮਾ ਮਿਲਣਾ। ਅੱਜ ਗੱਲਾਂ ਬਾਤਾਂ ਨਾਲ ਹੀ ਅਸੀਂ ਪਾਉਣਾ ਚਾਹੁੰਦੇ ਹਾਂ। ਸਾਡੀ ਜ਼ਿੰਦਗੀ ਇੱਥੇ ਹੀ ਹੈ। ਤੁਸੀਂ ਸਿਆਣੇ ਹੋ, ਸਮਝਦਾਰ ਹੋ, ਜਾਣਦੇ ਹੋ, ਅਸੀਂ ਗੱਲਾਂ ਬਾਤਾਂ ਦੇ ਨਾਲ ਹੀ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ, ਕਿਉਂਕਿ ਸਾਡੇ ਅੰਦਰ ਪ੍ਰੈਕਟਿਸ ਜੀਵਨ ਨੂੰ ਕਰਨ ਦੀ ਸ਼ਮਤਾ ਨਹੀਂ ਹੈ। ਕਿਉਂਕਿ ਜਦੋਂ ਗੁਰੂ ਦੀ ਮੱਤ 'ਤੇ ਤੁਰਨਾ, ਬਹੁਤ ਕੁਝ ਛੱਡਣਾ ਪੈਣਾ ਜੋ ਅਸੀਂ ਛੱਡਣ ਨੂੰ ਤਿਆਰ ਨਹੀਂ। ਇਸੇ ਕਰਕੇ ਅਸੀਂ ਸਿਰਫ ਗੱਲਾਂ ਬਾਤਾਂ ਦੇ ਨਾਲ ਰੱਬ ਨੂੰ ਖੁਸ਼ ਕਰਨਾ ਚਾਹੁੰਦੇ ਹਾਂ। ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕੁਸੁੱਧਾ ਕਾਲੀਆਂ, ਬਾਹਰੋਂ ਚਟਵੀਆਂ। ਗੱਲਾਂ ਤੋਂ ਅਸੀਂ ਆਕਾਸ਼ ਨੂੰ ਟਾਕੀਆਂ ਲਾ ਦਿੰਦੇ ਹਾਂ ਵੀ ਮੈਂ ਤੇ ਇਤਨਾ ਨਿਤਨੇਮੀ ਹਾਂ, ਇੰਨੀ ਸੇਵਾ ਕਰਦਾ ਵਾਂ, ਮੈਨੂੰ ਤੇ ਗੁਰੂ ਦੇ ਦਰਸ਼ਨ ਸੁਪਨਿਆਂ 'ਚ ਵੀ ਹੁੰਦੇ ਨੇ। ਪਰ ਕਿਤੇ ਜੀਵਨ 'ਚ ਝਾਤੀ ਮਾਰ ਲਓ, ਕਿਤੇ ਇੱਕ ਵਾਰੀ ਜੀਵਨ 'ਚ ਝਾਤੀ ਮਾਰ ਲਓ, ਇੰਨੀ ਮੈਲ ਨਜ਼ਰ ਆਵੇਗੀ ਨਾ, ਇੰਨੀ ਗੰਦਗੀ ਭਰੀ ਹੋਵੇਗੀ, ਈਰਖਾ ਪਖੰਡ ਜੀਵਨ 'ਚ ਕੁੱਟ ਕੇ ਭਰਿਆ ਹੋਵੇਗਾ। ਕਿਉਂਕਿ ਅਸੀਂ ਕੇਵਲ ਗੱਲਾਂ ਦੇ ਸਿੱਖ ਹਾਂ, ਜੀਵਨ ਦੇ ਸਿੱਖ ਨਹੀਂ। ਸਭ ਕਹਿੰਦੇ ਕਥਨੀ ਬਦਨੀ ਨਾ ਪਾਈ ਹੈ। ਨਿਰਾ ਇਹੋ ਕਹਿਣਾ ਤੇ ਕਥਨ ਕਰਨਾ ਕਿ ਮੈਂ ਪ੍ਰਮਾਤਮਾ ਨੂੰ ਲੱਭ ਲਿਆ ਹੈ, ਪ੍ਰਮਾਤਮਾ ਨੂੰ ਪਾ ਲਿਆ ਹੈ, ਗੁਰਬਾਣੀ ਦੇ ਵਿੱਚੋਂ ਮੈਨੂੰ ਪਤਾ ਲੱਗ ਗਿਆ ਹੈ ਕਿ ਰੱਬ ਕਿਹੋ ਜਿਹਾ ਹੈ। ਅਸੀਂ ਰੋਜ਼ ਬਾਣੀ ਪੜ੍ਹ ਰਹੇ ਹਾਂ, ਸਮਝ ਰਹੇ ਹਾਂ, ਗਾ ਰਹੇ ਹਾਂ, ਵਿਚਾਰ ਰਹੇ ਹਾਂ, ਇੱਕ ਪੱਖ ਹੈ। ਇੱਥੇ ਹੀ ਖੜ ਗਈ ਇਹ ਜ਼ਿੰਦਗੀ। ਇਹ ਤੋਂ ਅੱਗੇ ਮੰਨਣਾ ਹੈ, ਕਮਾਉਣਾ ਹੈ, ਤਾਂ ਅੱਗੇ ਜ਼ਿੰਦਗੀ ਤੁਰੇਗੀ। ਕਥਾ ਸੁਣ ਲਈ, ਕਮਾਲ ਹੋ ਗਈ ਹੈ, ਬੜੀ ਵਧੀਆ ਹੋਈ ਹੈ, ਵਿਚਾਰ ਹੋਈ ਹੈ, ਬੜੀ ਵਧੀਆ ਹੋਈ ਹੈ। ਅਸੀਂ ਰੋਜ਼ ਸੁਣਦੇ ਹਾਂ, ਮੁਬਾਰਕ ਆ। ਮੰਨਦੇ ਹਾਂ ਕਿ ਨਹੀਂ ਮੰਨਦੇ, ਗੱਲ ਇੱਥੇ ਖਲੋਤੀ ਹੈ। ਕਬੂਲ ਕੀਤਾ ਹੈ ਕਿ ਨਹੀਂ ਕੀਤਾ, ਗੱਲ ਇੱਥੇ ਖਲੋਤੀ ਹੈ। ਜ਼ਿੰਦਗੀ ਤੁਰੀ ਹੈ ਕਿ ਨਹੀਂ ਤੁਰੀ। ਜੇ ਨਹੀਂ ਤੁਰੀ ਫਿਰ ਤੇ ਉਵੇਂ ਹੀ ਹੈ ਜਿਵੇਂ ਕਿਸੇ ਨੇ ਘਰ ਦੇ ਵਿੱਚ ਅੰਬਾਂ ਦੀ ਪੇਟੀ ਲਿਆ ਕੇ ਰੱਖ ਲਈ ਹੈ, ਪਰ ਉਹਨੂੰ ਕਦੀ ਖਾਧਾ ਹੀ ਨਹੀਂ। ਸਾਡੀ ਜ਼ਿੰਦਗੀ ਵੀ ਐਵੇਂ ਹੀ ਹੈ। ਫੋਨ ਭਰ ਚੁੱਕੇ ਨੇ ਗੁਰਬਾਣੀ ਦੇ ਨਾਲ, ਬਹੁਤ ਕੁਝ ਵਟਸਐਪ ਫੇਸਬੁੱਕ ਦੇ ਉੱਪਰ ਗੁਰਬਾਣੀ ਦੀਆਂ ਯੂਟਿਊਬਸ ਭਰੀਆਂ ਪਈਆਂ ਨੇ, ਪ੍ਰਚਾਰਕਾਂ ਦੀਆਂ ਕਥਾ ਕਹਾਣੀਆਂ ਵਿਚਾਰਾਂ ਦੇ ਨਾਲ ਭਰਿਆ ਪਿਆ ਹੈ ਸਭ ਕੁਝ। ਪਰ ਸਭ ਕੁਝ ਇੰਟਰਨੈਟ 'ਤੇ ਹੀ ਹੈ, ਜੀਵਨ 'ਚ ਨਹੀਂ ਹੈ। ਇੱਥੇ ਹੀ ਮਾਰ ਖਾ ਲਈ ਹੈ। ਹਰ ਗੁਰਦੁਆਰੇ 'ਚ ਕਥਾ ਹੋ ਰਹੀ, ਹਰ ਗੁਰਦੁਆਰੇ 'ਚ ਕੀਰਤਨ ਹੋ ਰਿਹਾ, ਵਾਜੇ ਬੇਸੁਰੇ ਹੋ ਗਏ ਨੇ, ਕਥਾਕਾਰ ਦੁਨੀਆ ਦੇ ਉੱਤੋਂ ਤੁਰ ਗਏ ਨੇ, ਪਰ ਜ਼ਿੰਦਗੀ ਨਹੀਂ ਬਦਲਦੀ। ਜੀਵਨ ਉੱਥੇ ਹੀ ਖਲੋਤਾ ਹੈ। ਉਹੀ ਈਰਖਾ ਹੈ, ਉਹੀ ਨਫ਼ਰਤ ਹੈ, ਉਹੀ ਕਪਟ ਹੈ। ਕਿਉਂਕਿ ਕੇਵਲ ਗੱਲਾਂ ਬਾਤਾਂ ਦੇ ਨਾਲ ਤੇ ਅਸੀਂ ਗੁਰਮੁਖ ਹਾਂ। ਪਰ ਸਾਹਿਬ ਕਹਿੰਦੇ ਚੇਤਾ ਰੱਖੀ, ਕਥਨੀ ਬਦਨੀ ਨਾ ਪਾਈ ਹੈ। ਪਰਮਾਤਮਾ ਗੱਲਾਂ ਨਾਲ ਨਹੀਂ ਮਿਲਦਾ, ਉਹ ਕੇਵਲ ਬਾਤਾਂ ਨਾਲ ਨਹੀਂ ਮਿਲਦਾ। ਜਦ ਤੱਕ ਹਉਮੈ ਵਿੱਚੋਂ ਜਾਏ, ਜਦ ਤੱਕ ਤੇਰੇ ਵਿੱਚੋਂ ਮੈਂ ਮੇਰੀ ਹਉਮੈ ਨਹੀਂ ਮੁੱਕਦੀ। ਜੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਆਪਣੇ ਵਿੱਚੋਂ ਹਉਮੈ ਮੁਕਾ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਇੰਗਲਿਸ਼ ਦੇ ਨਾ ਦੋ ਸ਼ਬਦ ਨੇ, ਇੱਕ ਸਿਨ ਅਤੇ ਇੱਕ ਸਨ। ਹੁਣ ਤੁਸੀਂ ਸਿਨ ਨੂੰ ਕਿਤੇ ਦੇਖੋ ਨਾ, ਜੇ ਸਿਨ ਦੇ ਡਿਕਸ਼ਨਰੀ ਅਰਥ ਜਿਹੜੇ ਨੇ ਉਹ ਇਹ ਨੇ ਅੰਧੇਰਾ, ਪਾਪ ਵੀ ਇੱਕ ਜਗ੍ਹਾ ਕੀਤਾ ਹੈ। ਹੁਣ ਸਿਨ ਦੇ ਵਿੱਚ ਆਈ ਲੱਗਾ ਹੈ, ਆਈ ਦਾ ਅਰਥ ਹੈ ਮੈਂ। ਹਰ ਵਕਤ ਮੈਂ ਤੋਂ ਗੱਲ ਚਲਾਉਣੀ ਤੇ ਮੈਂ ਤੇ ਮਕਾਉਣੀ, ਕਰਨੇ ਧਰਮ ਦੇ, ਵੇਖਣ ਨੂੰ ਧਰਮ ਦਾ ਕੰਮ ਹੋ ਰਿਹਾ ਹੈ, ਪਰ ਮੈਂ ਨਾਲ ਵਿੱਚ ਪੂਰੀ ਪ੍ਰਬਲ ਹੈ। ਹੰਕਾਰ ਪੂਰਾ ਵਿੱਚ ਨਾਲ ਹੈ। ਸਭ ਕਹਿੰਦੇ ਉੱਥੇ ਕਦੀ ਵੀ ਚਾਨਣ ਨਹੀਂ ਹੋਵੇਗਾ।
ਭਾਵੇਂ ਬਾਹਰੋਂ ਚੰਗੇ ਕੰਮ ਕੀਤੇ ਹੋਣ ਤਾਂ ਵੀ ਚੰਗੇ ਕੰਮ, ਤਾਂ ਵੀ ਚਾਨਣ ਨਹੀਂ ਹੋਵੇਗਾ। ਅੰਧੇਰਾ ਹੀ ਅੰਧੇਰਾ ਰਹੇਗਾ, ਕਿਉਂਕਿ ਆਈ ਲੱਗੀ ਹੈ, ਮੈਂ ਲੱਗੀ ਹੈ। ਤੇ ਅੰਧੇਰੇ ਦੇ ਵਿੱਚ ਹੀ ਪਾਪ ਜਨਮ ਲੈਂਦੇ ਨੇ, ਅੰਧੇਰੇ ਵਿੱਚ ਹੀ ਅਪਰਾਧ ਜਨਮ ਲੈਂਦੇ ਨੇ, ਅੰਧੇਰੇ ਵਿੱਚ ਹੀ ਕੁਕਰਮ ਜਨਮ ਲੈਂਦੇ ਨੇ, ਅੰਧੇਰੇ ਵਿੱਚ ਹੀ ਈਰਖਾ ਜਨਮ ਲੈਂਦੀ ਹੈ, ਅਵਗੁਣ ਜਨਮ ਲੈਂਦੇ ਨੇ। ਕਿਉਂਕਿ ਇਹਨਾਂ ਨੂੰ ਪਨਪਣ ਵਾਸਤੇ, ਇਹਨਾਂ ਨੂੰ ਜਨਮ ਲੈਣ ਵਾਸਤੇ ਅੰਧੇਰਾ ਚਾਹੀਦਾ ਹੈ। ਤੇ ਅੰਧੇਰਾ ਹੈ ਮੈਂ, ਆਈ। ਹੁਣ ਸਨ ਆ, SUN, ਸਨ ਦੇ ਅਰਥ ਕੀ ਨੇ? ਸੂਰਜ, ਉਜਾਲਾ, ਪ੍ਰਕਾਸ਼। ਉਹਦੇ ਵਿੱਚ ਸ਼ਬਦ ਜੁੜਿਆ ਯੂ। ਤੇ ਜਿੱਥੇ ਯੂ ਹੋਵੇਗਾ, ਜਿੱਥੇ ਉਜਾਲਾ ਹੋਵੇਗਾ, ਜਿੱਥੇ ਪ੍ਰਕਾਸ਼ ਹੋਵੇਗਾ, ਜਿੱਥੇ ਸੂਰਜ ਦੀਆਂ ਕਿਰਨਾਂ ਪੈਣਗੀਆਂ, ਉੱਥੇ ਤੂੰ ਹੋਵੇਗਾ। ਜਿੱਥੇ ਤੂੰ ਹੋਵੇਗਾ, ਉੱਥੇ ਅਪਰਾਧ ਨਹੀਂ ਹੋਵੇਗਾ। ਜਿੱਥੇ ਤੇਰੇ ਦੀ ਭਾਵਨਾ ਜਨਮ ਲੈ ਲਏਗੀ, ਉੱਥੇ ਈਰਖਾ ਮਿਟ ਜਾਵੇਗੀ, ਹੰਕਾਰ ਮਿਟ ਜਾਵੇਗਾ, ਨਫ਼ਰਤ ਮਿਟ ਜਾਵੇਗੀ, ਗੁਨਾਹ ਮਿਟ ਜਾਣਗੇ ਜੀਵਨ ਚੋਂ। ਕਿਉਂਕਿ ਜੀਵਨ ਦੇ ਵਿੱਚ ਸੱਚ ਖੜ ਗਿਆ ਹੈ। ਤੇ ਸੱਚ ਹੈ ਚਾਨਣ, ਸੱਚ ਹੈ ਪ੍ਰਕਾਸ਼। ਸੱਚ ਕਦੀ ਵੀ ਅਹੰਗ ਦੇ ਵਿੱਚ ਨਹੀਂ ਬੋਲਦਾ, ਸੱਚ ਨਿਮਰਤਾ ਵਿੱਚ ਬੋਲਦਾ ਹੈ। ਸੱਚ ਕਦੀ ਵੀ ਕੜਤਨ ਭਰੇ ਸ਼ਬਦ ਨਹੀਂ ਹੁੰਦੇ। ਉਹ ਕੌੜੇ ਤਾਂ ਲੱਗਦੇ ਨੇ ਕਿਉਂਕਿ ਉਹਨਾਂ ਨੂੰ ਸ਼ਿੰਗਾਰਨ ਦੀ ਲੋੜ ਨਹੀਂ ਪੈਂਦੀ। ਸੱਚ ਕੌੜਾ ਕਿਉਂ ਲੱਗਦਾ ਹੈ? ਕਿਉਂਕਿ ਸੱਚ ਨੂੰ ਸ਼ਿੰਗਾਰਨ ਦੀ ਲੋੜ ਨਹੀਂ ਹੈ। ਸੱਚ ਨੂੰ ਉਵੇਂ ਦਾ ਉਵੇਂ ਰੱਖ ਦਿਓ, ਦਿਲ ਤੱਕ ਜਾ ਕੇ ਅਸਰ ਕਰੇਗਾ। ਹਾਂ, ਝੂਠ ਨੂੰ ਸ਼ਿੰਗਾਰਨ ਦੀ ਲੋੜ ਹੈ, ਕਿਉਂਕਿ ਝੂਠ ਝੂਠ ਹੀ ਰਹਿਣਾ ਹੈ। ਝੂਠ ਨੂੰ ਸ਼ਿੰਗਾਰ ਕੇ ਪਰੋਸਿਆ ਜਾਂਦਾ ਹੈ, ਸ਼ਿੰਗਾਰ ਕੇ ਦੱਸਿਆ ਜਾਂਦਾ ਹੈ। ਸੱਚ ਨੂੰ ਕੋਈ ਲੋੜ ਨਹੀਂ ਦੱਸਣ ਦੀ। ਇੱਕ ਝੂਠੇ ਮਨੁੱਖ ਨੂੰ ਪੈਰ ਪੈਰ ਤੇ ਵਿਉਂਤ ਬਣਾਉਣੀ ਪੈਂਦੀ ਹੈ। ਮੈਂ ਹੁਣੇ ਜਿਹੜੀ ਗੱਲ ਕੀਤੀ ਹੈ, ਦੂਸਰੀ ਗੱਲ ਕਰਨ ਲੱਗਿਆ ਮੇਰੀ ਉਹ ਝੂਠ ਦੀ ਪਕੜ ਨਾ ਢਿੱਲੀ ਹੋ ਜਾਵੇ। ਉਹ ਬਾਰ-ਬਾਰ ਬੜੀ ਛੜਯੰਤਰ ਤੇ ਬੜੀ ਸ਼ਾਤਰ ਨੀਤੀ ਨਾਲ ਝੂਠ ਬੋਲਦਾ ਹੈ। ਪਰ ਸੱਚ ਬੋਲਣ ਵਾਲੇ ਨੂੰ ਕੋਈ ਟੈਨਸ਼ਨ ਨਹੀਂ। ਜੋ ਹੈ ਸੱਚ, ਜਿੰਨਾ ਹੈ ਸੱਚ ਕੋਲ, ਬੋਲ ਦਿੰਦਾ ਹੈ। ਸਾਡੀ ਜ਼ਿੰਦਗੀ ਤੇ ਇੱਥੇ ਖਲੋਤੀ ਹੈ ਕਿਉਂਕਿ ਅਸੀਂ ਗੱਲਾਂ ਤੇ ਬਹੁਤ ਕਰ ਰਹੇ ਹਾਂ, ਪਰ ਜੀਵਨ ਵਿੱਚ ਸੱਚ ਨਹੀਂ ਹੈ। ਸਭ ਕਹਿੰਦੇ ਹੋ ਕੀ ਰਿਹਾ ਹੈ? ਕਥਨੀ ਬਦਨੀ ਨਾ ਪਾਈ ਹੈ। ਗੱਲਾਂ ਬਾਤਾਂ ਦੇ ਨਾਲ ਨਹੀਂ ਮਿਲਣਾ ਪ੍ਰਮਾਤਮਾ ਦਾ ਜੀਵਨ, ਪ੍ਰਮਾਤਮਾ ਵਰਗੀ ਜ਼ਿੰਦਗੀ, ਪ੍ਰਮਾਤਮਾ ਵਰਗਾ ਸੱਚ। ਜੇ ਪਾਉਣਾ ਚਾਹੁੰਦਾ ਹੈ, ਹਉਮੈ ਵਿੱਚੋਂ ਜਾਏ। ਆਪਣੇ ਵਿੱਚੋਂ ਮੈਂ ਖਤਮ ਕਰ, ਅਹੰ ਖਤਮ ਕਰ, ਮੈਂ ਮੇਰੀ ਖਤਮ ਕਰ। ਸਤਿਗੁਰੂ ਮਿਲੀਐ ਸਦ ਭੈ ਰਚੈ, ਆਪ ਵਸੈ ਮਨ ਆਏ। ਸਾਹਿਬ ਜੀ ਜੁਗਤੀ ਦੱਸਦੇ, ਸਤਿਗੁਰੂ ਮਿਲੀਐ। ਸਤਿਗੁਰੂ ਰਾਰੇ ਨੂੰ ਸਿਹਾਰੀ ਹੈ। ਮਿਲੀ ਹੈ ਜੇ ਗੁਰੂ ਮਿਲ ਪੈ। ਜੇ ਸਦਾ ਅਟਲ ਰਹਿਣ ਵਾਲਾ ਸੱਚਾ ਗੁਰੂ ਸ਼ਬਦ ਦੀ ਵਿਚਾਰ ਪੱਲੇ ਪੈਣ ਲੱਗ ਪਵੇ, ਗੁਰਬਾਣੀ ਦੇ ਨਾਲ ਮਨ ਜੁੜਨ ਲੱਗ ਪਵੇ, ਸਤਿਗੁਰ ਦੀ ਮੱਤ ਤੇ ਇਹ ਜੀਵਨ ਤੁਰਨ ਲੱਗ ਪਵੇ, ਫਿਰ ਕੀ ਹੋਵੇਗਾ? ਸਦ ਭੈ ਰਚੈ। ਸਦਾ ਵਾਸਤੇ ਇਹ ਮਨ ਨਿਰਮਲ ਭੈ ਵਿੱਚ ਗੁਰੂ ਦੇ ਆਵੇਗਾ। ਦੇਖੋ, ਦੋ ਡਰ ਨੇ। ਇੱਕ ਉਹ ਡਰ ਆ ਜਿਹੜਾ ਡਰਾ ਕੇ ਪੈਦਾ ਕੀਤਾ ਜਾਂਦਾ ਹੈ, ਅਤਿਆਚਾਰ ਕਰਕੇ ਪੈਦਾ ਕੀਤਾ ਜਾਂਦਾ ਹੈ। ਉਹ ਡਰ ਸਿਰਫ ਉਹਦੇ ਵਿੱਚ ਇੱਜ਼ਤ ਨਹੀਂ ਹੁੰਦੀ। ਉਹ ਡਰ ਕੇਵਲ ਅਪਰਾਧ ਕਰਕੇ, ਅਤਿਆਚਾਰ ਕਰਕੇ ਪੈਦਾ ਕੀਤਾ ਗਿਆ ਹੈ। ਇੱਕ ਹੈ ਨਿਰਮਲ ਭਾਵ, ਜਿਹਦੇ ਵਿੱਚ ਇੱਜ਼ਤ ਹੈ, ਪ੍ਰੇਮ ਹੈ। ਮੇਰਾ ਮਿੱਤਰ ਦੇ ਨਾਲ ਪ੍ਰੇਮ ਹੈ, ਮੇਰੇ ਬਾਪ ਨਾਲ ਪ੍ਰੇਮ ਹੈ, ਮੇਰੀ ਮਾਂ ਨਾਲ ਪ੍ਰੇਮ ਹੈ। ਹੁਣ ਮੈਂ ਆਪਣੀ ਮਾਂ ਕੋਲੋਂ ਇਸ ਕਰਕੇ ਨਹੀਂ ਡਰਦਾ ਕਿ ਮੇਰੀ ਮਾਂ ਨੇ ਮੈਨੂੰ ਚਪੇੜ ਮਾਰਨੀ ਹੈ। ਮੈਂ ਇਸ ਕਰਕੇ ਡਰਦਾ ਕਿ ਮੇਰੀ ਮਾਂ ਨੇ ਮੇਰੇ ਤੇ ਬੜਾ ਭਰੋਸਾ ਕੀਤਾ ਹੈ, ਉਹ ਮੇਰੇ ਤੇ ਬਹੁਤ ਵਿਸ਼ਵਾਸ ਕਰਦੀ ਹੈ। ਤੇ ਜੇ ਕਿਤੇ ਕੱਲ ਨੂੰ ਮੇਰੇ ਕੋਲੋਂ ਕੋਈ ਇਹੋ ਜਿਹਾ ਗੁਨਾਹ ਹੋ ਗਿਆ ਤੇ ਮੇਰੀ ਮਾਂ ਦਾ ਵਿਸ਼ਵਾਸ ਟੁੱਟ ਜਾਵੇਗਾ। ਇਹ ਆ ਨਿਰਮਲ ਭਾਵ। ਇਹ ਭਾਵ ਗੁਰੂ ਦੇ ਸਿੱਖ ਦੇ ਵਿੱਚ ਆ। ਉਹ ਗੁਰੂ ਦੇ ਨਾਲ ਰਿਸਪੈਕਟ ਕਰਦਾ ਹੈ, ਗੁਰੂ ਦੀ ਇੱਜ਼ਤ ਕਰਦਾ ਹੈ, ਸਤਿਗੁਰ ਦੀ ਬਾਣੀ ਦਾ ਸਤਿਕਾਰ ਕਰਦਾ ਹੈ ਕਿ ਜੇ ਮੈਂ ਗੁਰੂ ਦਾ ਬਾਣਾ ਪਾਇਆ ਵਾ ਨਾ, ਜੇ ਮੇਰੇ ਨਾਲ ਸਿੰਘ ਲੱਗਾ ਹੈ, ਜੇ ਮੈਂ ਆਪਣੇ ਆਪ ਨੂੰ ਗੁਰੂ ਨਾਨਕ ਨਾਮ ਲੇਵਾ ਅਖਵਾ ਰਿਹਾ, ਤੇ ਮੇਰੀ ਜ਼ਿੰਦਗੀ ਵਿੱਚੋਂ ਮੇਰੇ ਗੁਰੂ ਦੇ ਦਰਸ਼ਨ ਹੋਣੇ ਚਾਹੀਦੇ ਨੇ। ਮੈਨੂੰ ਕੋਈ ਵੇਖੇ, ਉਹ ਇਹ ਨਾ ਕਵੇ ਕਿ ਗੁਰੂ ਨਾਨਕ ਦਾ ਸਿੱਖ ਕੌੜਾ ਬੋਲਦਾ ਹੈ, ਬਲਕਿ ਇਹ ਦੇਖੇ ਜੇ ਇਹ ਇੰਨਾ ਮਿੱਠਾ ਬੋਲਦਾ ਤੇ ਇਹਦਾ ਗੁਰੂ ਕਿੰਨਾ ਮਿੱਠਾ ਹੋਵੇਗਾ। ਹੁਣ ਜ਼ਿੰਦਗੀ ਤੇ ਬਣਾਉਣੀ ਪਊਗੀ ਨਾ। ਜ਼ਿੰਦਗੀ ਗੱਲਾਂ ਬਾਤਾਂ ਨਾਲ ਤੇ ਨਹੀਂ ਨਾ ਬਣਨੀ, ਜ਼ਿੰਦਗੀ 'ਚ ਵਸਾਉਣਾ ਪਊਗਾ ਨਾ। ਸਤਿਗੁਰੂ ਮਿਲੀ ਹੈ ਜਦੋਂ ਸੱਚੇ ਗੁਰੂ ਸ਼ਬਦ, ਗੁਰੂ ਦੀ ਮੱਤ, ਗੁਰੂ ਦਾ ਗਿਆਨ ਮਿਲਦਾ ਹੈ। ਸਦ ਭੈ ਰਚੇ, ਹਿਰਦੇ ਵਿੱਚ ਗੁਰੂ ਪ੍ਰਤੀ ਪ੍ਰੇਮ ਤੇ ਉਹਦਾ ਨਿਰਮਲ ਅਦਬ ਸਤਿਕਾਰ ਹਿਰਦੇ ਵਿੱਚ ਵਸਦਾ ਹੈ।
आप वसै मन आए। फिर जदों ਉਹਨੂੰ ਪਿਆਰ ਨਾਲ याद करीदा है, प्यार ਨਾਲ सोहणे रब दे वल तुरीदा है, ਉਹ फिर हिरदे घर दे विच वसदा नज़र आउण लग पैंदा है ते इस मन विच सदा वास्ते ਉਹਦਾ प्रेम, ਉਹਦੀ प्रीत, ਉਹਦੀ शक्ति, ਉਹਦਾ आदर, ਉਹਦਾ सत्कार वस जाता है। आप वसै मन आए ते परमात्मा आप ही फिर मनुख दे हिरदे विच सदा वास्ते आ वसदा है। भाई रे गुरमुख बूझै कोए, हे मेरे वीर, फिर गुरु दे सन्मुख होके ही, गुरु दी मत ते चल के ही सही जीवन दी जुगत समझ आ सकती है। गुरु दे दसिया होए रस्ते ते चल के ही ये जीवन नूं सफल करन दा तरीका समझ आ सकता है। बिन बूझै कर्म कमावणे, जन्म पदार्थ खोए रहाओ। जे जीवन दी सही जुगती दी समझ नहीं कि जीवन नूं किवें सच दे रस्ते ते तोरना है, ते इस तो बिना मनुख केवल बाहर दे धार्मिक कर्म कांड ते पखंडां दे विच अपना जीवन ला के बैठा है। सतगुरु कहंदे सच जाणिओ जन्म पदार्थ खोए। उन्हें अपने हीरे वर्गे जन्म नूं कौडियां दे भाअ कर्म कांडां ते पखंडां विच बर्बाद कर लिया। रहाओ दूसरा बंद है पावन शब्द दा, जिनी चाखिया तिनी साध पाया, बिन चाखे भरम भुलाए। जिनी दा अर्थ है जिन्ना ने, चाखिया दा अर्थ है चख लिया, टेस्ट कर लिया। तिनी उन्हां ने, साध पाया उन्हां नूं टेस्ट आ गया, स्वाद आ गया। बिन चाखे उन्हों चखण तो बिना, टेस्ट करन तो बिना भरम भुलाए। मनुख भटकना ते भरम दे विच ही रवेगा। सौखे तरीके नाल गल समझा देवां। हुण शहद आ शीशी विच पिया, बोतल च पिया है। मेरी माँ कहंदी पुत्त वे आ शहद बड़ा मिठा है, पर मैनू उन्होंने मैं चखिया नहीं, उन्होंने स्वाद नहीं मैं कीता। हुण मैं उहदे उपर अपने मन मर्जी दीयां गल्लां बना लईआं। नहीं जी, ये तो कौड़ा भी हो सकदा है ते भी, क्योंकि मैं चखिया नहीं गा ते मैं उहदे प्रति भरम च हां, भुलेखे च हां। पर जिद्दण मैं चख लिया, बड़ा स्वाद आया, मेरा जी कीता हुण मैं बार बार खावां। इवें ही गुरबाणी गुरमतਿ आ। सब कहंदे जिन्हां ने परमात्मा दे हुक्म दे नाम रूपी अमृत रस नूं चख लिया, जिन्हां ने परमात्मा दी रज़ा ते भाणे विच टिकण दा स्वाद चख लिया। जिनी चाखिया, जिन्हां ने परमात्मा दे रज़ा ते भाणे दा स्वाद चख लिया, तिनी साध पाया। उन्हां नूं इन्ना आत्मिक रस मिलिया, इन्ना आत्मिक आनंद मिलिया, उन्हां दे जीवन दे विचों मुश्किलां खत्म हो गईयां, दौड़ भटकना मुक गई। क्योंकि उन्होंने समझ आ गया साडे दौड़ियां कुछ नहीं होना, साडे भटकियां कुछ नहीं होना। जो मिलना है वाहिगुरू जी ने झोली च पा देना है। फिर आत्मा सकून में चली गई। हुण किसी नाल ईरखा नहीं रही, किसी नाल नफरत नहीं रही, क्योंकि हुण सिर्फ ते सिर्फ इत्थे ध्यान केंद्रित हो गया है। जो मेरे परिपूर्ण परमात्मा ने त्रुट के मैनू देता उही मेरा है, इस तो इलावा होर कुछ नहीं मेरा। जिनी चाखिया तिनी साध पाया। जिन्हां ने परमात्मा दे नाम दा अमृत रूपी रस गुरु शब्द गुरु दे ज्ञान विचों चख लिया, उन्हां नूं फिर इस दा स्वाद आ गया। उन्हां नूं गुरमत दी बात समझ आउण लग पई। उन्हां दा रोम रोम अंग अंग गुरु दे दसे उपदेशां ते तुरन लग पिया। बिन चाखे भरम भुलाए। ते जिन्हां ने ये नाम दा स्वाद, गुरु दे शब्द दा स्वाद, गुरु दी मत दा स्वाद नहीं चखिया, उन्हां दी मन माया दे विच भटकदे रहे। वो भरम दे विच रह के, भटकना च पै के आप भी दुखी होए, उन्होंने अपना परिवार भी दुखी कर दिता। आप भी इस माया की बोली बोलते बोलते हंकारी हो गए। अगे अपने बच्चों नूं भी उस रस्ते तोड़ लिया, क्योंकि उन्होंने कदी गुरमत के रस नूं चखिया ही नहीं, कदी उहदे वल तुरे ही नहीं, कदी जीवन बनाउण वाले बन्ने तुरे ही नहीं। सब कहते जिहड़े नहीं तुरे वो भरम दे विच ही भुल्ले हुए भटकदे हुए अपना जीवन बर्बाद कर बैठे। अमृत साचा नाम है, कहना किछु ना जाए। हुण अमृत की है? सतगुरु अमृत का अर्थ है, मृत का अर्थ है मौत। अगे ऐड़ा लगा है,
ਭਾਵ ਜਿਹੜਾ ਮੌਤ ਤੋਂ ਰਹਿਤ ਕਰ ਦੇਵੇ। ਮੌਤ ਕੀ ਹੈ? ਇੱਕ ਆ ਸਰੀਰੀ ਮੌਤ ਹੈ, ਇੱਕ ਆ ਆਤਮਿਕ ਮੌਤ, ਆਤਮਾ ਦਾ ਮਰ ਜਾਣਾ। ਆਤਮਾ ਦੀ ਮੌਤ ਵਿੱਚ ਕੀ ਹੁੰਦਾ ਹੈ? ਸਰੀਰ ਤੁਰਿਆ ਫਿਰ ਰਿਹਾ ਹੈ, ਸਰੀਰ ਸਵਾਦ ਵੀ ਚੱਕ ਰਿਹਾ, ਸਭ ਕੁਝ ਕਰ ਰਿਹਾ, ਪਰ ਆਤਮਾ ਮਰੀ ਹੈ, ਜ਼ਮੀਰ ਮਰਿਆ ਹੈ, ਆਤਮਾ ਮਰੀ ਹੈ। ਆਤਮਾ ਮਰੀ ਹੋਏ ਮਨੁੱਖ ਵਾਲੇ ਹੀ ਧੀ ਨੂੰ ਕੁੱਖ ਦੇ ਵਿੱਚ ਮਾਰ ਦਿੰਦੇ ਹਨ। ਆਤਮਾ ਮਰੀ ਹੋਈ ਵਾਲੀ ਮਨੁੱਖ ਹੀ ਆਪਣੀ ਨੂੰਹ ਨੂੰ ਸਾੜ ਕੇ ਅੱਗ ਨਾਲ ਦਾਜ ਦੇ ਲਾਲਚ ਵਿੱਚ ਮਾਰ ਦਿੰਦੇ ਹਨ। ਆਤਮਾ ਮਰੀ ਵਾਲੇ ਮਨੁੱਖ ਹੀ ਆਪਣੇ ਮਾਂ-ਬਾਪ ਨੂੰ ਬਿਰਧ ਆਸ਼ਰਮ ਦੇ ਵਿੱਚ ਭੇਜ ਦਿੰਦੇ ਹਨ। ਆਪਣੀ ਆਤਮਾ ਤੋਂ ਮਰੇ ਹੋਏ ਇਨਸਾਨ ਹੀ ਆਪਣੀ ਹਰ ਇੱਕ ਚੀਜ਼ ਦਾ ਪੈਸਾ ਮੰਗਦੇ ਹਨ, ਆਪਣੇ ਪ੍ਰੇਮ ਦਾ ਵੀ। ਆਤਮਾ ਤੋਂ ਮਰੇ ਹੋਏ ਮਨੁੱਖ ਹੀ ਆਪਣੇ ਬੱਚਿਆਂ ਦੇ ਪ੍ਰਤੀ, ਆਪਣੇ ਘਰ ਵਾਲੀ ਦੇ ਪ੍ਰਤੀ ਬੇਵਫਾ ਹੋ ਜਾਂਦੇ ਹਨ, ਕਿਉਂਕਿ ਉਹਨਾਂ ਦੀ ਆਤਮਾ ਮਰੀ ਹੈ। ਉਹਨਾਂ ਦੇ ਨੇਤਰਾਂ ਦੇ ਵਿੱਚ ਮੈਲ ਹੈ, ਕੰਨਾਂ 'ਚ ਮੈਲ ਹੈ, ਜੀਭ ਤੇ ਮੈਲ ਹੈ। ਗੱਲ ਕੀ ਅੰਦਰ ਅਵਗੁਣ ਹੀ ਅਵਗੁਣ ਭਰੇ ਨੇ, ਗੰਦਗੀ ਭਰੀ ਹੈ, ਸੱਚ ਹੈ ਹੀ ਕੋਲ ਨਹੀਂ, ਕਿਉਂਕਿ ਆਤਮਿਕ ਤੌਰ ਤੇ ਮਰੇ ਨੇ। ਆਤਮਿਕ ਮੌਤ ਤੋਂ ਮਰੇ ਹੋਏ ਮਨੁੱਖ ਆਪਣੀ ਇੱਥੋਂ ਤੱਕ ਸਿਧਾਂਤ ਤੱਕ ਵੇਚ ਦਿੰਦੇ ਨੇ। ਜਿਵੇਂ ਅੱਜ ਵੇਚੇ ਨੇ, ਚੰਦ ਕੁ ਰੁਪਈਆਂ ਵਾਸਤੇ ਕੌਮ ਵੇਚ ਕੇ ਰੱਖ ਦਿੱਤੀ ਇਹਨਾਂ ਮੂਰਖ ਲੋਕਾਂ ਨੇ, ਹੁਕਮਨਾਮੇ ਵੇਚ ਦਿੱਤੇ ਨੇ। ਇੱਥੋਂ ਤੱਕ ਕਿ ਸਾਡੇ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਵੇਚ ਕੇ ਰੱਖ ਦਿੱਤਾ ਹੈ, ਕਿਉਂਕਿ ਇਹਨਾਂ ਦੇ ਅੰਦਰ ਮੌਤ ਹੈ, ਆਤਮਿਕ ਮੌਤ ਮਰੇ ਹੋਏ ਨੇ। ਹੁਣ ਸਰੀਰ ਕਰਕੇ ਤੇ ਤੁਰੇ ਫਿਰ ਰਹੇ ਨੇ, ਤੇ ਸਾਹਿਬ ਕਹਿੰਦੇ ਦੁਰਲਭ ਦੇਹ ਪਾਈ ਵੱਡ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ, ਮਰਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਵੀ ਹੁਣ ਜੀਵਨ ਕੌਣ ਕਾਮ, ਖਾਤ ਪੀਤ ਖੇਲ ਤਸਤ ਵਿਸਤਾਰ, ਕਵਨ ਅਰਤ ਮਿਰਤਕ ਸ਼ਿੰਗਾਰ। ਹੁਣ ਇਹਨਾਂ ਨੇ ਕੱਪੜੇ ਜਿਹੜੇ ਪਾਏ ਆ ਨਾ, ਇਹ ਮੁਰਦੇ ਨੂੰ ਸ਼ਿੰਗਾਰ ਕਰਨ ਬਰਾਬਰ ਨੇ। ਜੇ ਮੁਰਦਾ ਕੱਪੜੇ ਪਾ ਕੇ ਬਿਠਾ ਦਿਓ ਕੋਈ ਫਾਇਦਾ ਨਹੀਂ। ਇਵੇਂ ਆਤਮਿਕ ਮੌਤ ਤੋਂ ਮਰੇ ਹੋਏ ਮਨੁੱਖ ਨੇ। ਪਰ ਸਾਹਿਬ ਕਹਿੰਦੇ ਜਿਹਨੂੰ ਗੁਰੂ ਦਾ ਰਸ ਆ ਗਿਆ, ਜਿਹਨੂੰ ਗੁਰੂ ਦੀ ਮੱਤ ਆ ਗਈ, ਜੋ ਗੁਰੂ ਦੇ ਸ਼ਬਦ ਦੇ ਰਸ ਨੂੰ ਜਿਹਨੇ ਚੱਖ ਲਿਆ, ਗੁਰੂ ਦੇ ਗਿਆਨ ਤੇ ਜਿਹੜਾ ਤੁਰ ਪਿਆ, ਅੰਮ੍ਰਿਤ ਸਾਚਾ ਨਾਮ ਹੈ। ਉਹਨੂੰ ਸਦਾ ਅਟਲ ਰਹਿਣ ਵਾਲੇ ਸੱਚੇ ਪਰਮਾਤਮਾ ਦਾ ਗਿਆਨ, ਨਾ ਆਤਮਿਕ ਜੀਵਨ ਦੀ ਚੜ੍ਹਦੀ ਕਲਾ 'ਚ ਲੈ ਕੇ ਆਉਣ ਵਾਲਾ ਅੰਮ੍ਰਿਤ ਰੂਪੀ ਰਸ, ਜੋ ਆਤਮਾ ਨੂੰ ਇੰਨਾ ਮਜ਼ਬੂਤ ਕਰ ਦਿੰਦਾ ਹੈ ਕਿ ਦੁਨੀਆ ਦੀ ਕੋਈ ਤਾਕਤ, ਦੁਨੀਆ ਦਾ ਕੋਈ ਤਸੀਹਾ ਗੁਰੂ ਦੇ ਸਿੱਖ ਨੂੰ ਗੁਰੂ ਤੋਂ ਨਹੀਂ ਤੋੜ ਸਕਦਾ। ਐਸਾ ਹੁਣ ਆਤਮਿਕ ਜੀਵਨ ਦੇਣ ਵਾਲਾ ਗੁਰੂ ਦਾ ਹੁਕਮ, ਪਰਮਾਤਮਾ ਦਾ ਹੁਕਮ ਜੀਵਨ 'ਚ ਵਸ ਗਿਆ ਹੈ, ਕਹਿਣਾ ਕਛੂ ਨਾ ਜਾਏ। ਹੁਣ ਇਸ ਸਵਾਦ ਨੂੰ ਦੂਜੇ ਨੂੰ ਦੱਸਿਆ ਨਹੀਂ ਜਾ ਸਕਦਾ। ਹੁਣ ਭਾਈ ਤਾਰੂ ਸਿੰਘ ਕੋਲ ਕਿਹੜਾ ਇਹੋ ਜਿਹਾ ਰਸ ਆ ਜੇ ਉਹ ਦੱਸਣ, ਕਿਸੇ ਨੂੰ ਦੱਸ ਨਹੀਂ ਸਕਦੇ, ਪਰ ਉਹਨਾਂ ਨੇ ਜੀਵਨ ਵਿੱਚ ਹੰਡਾਇਆ। ਇਹ ਗੁਰੂ ਦਾ ਗਿਆਨ, ਗੁਰੂ ਦਾ ਸ਼ਬਦ, ਗੁਰੂ ਦਾ ਅੰਮ੍ਰਿਤ, ਇਹ ਐਸਾ ਹੈ ਜਿਵੇਂ ਜਿਵੇਂ ਜੀਵਨ ਬਣਦਾ ਹੈ ਨਾ, ਤੇ ਬਸ ਅੰਦਰ ਆਨੰਦਮਈ ਰਸ ਬਣਦਾ ਜਾਂਦਾ ਹੈ, ਅੰਦਰ ਗੁਰਮਤਿ ਟਿਕਦੀ ਜਾਂਦੀ ਹੈ, ਆਤਮਾ ਚੜ੍ਹਦੀ ਕਲਾ ਵਿੱਚ ਚਲੀ ਜਾਣ ਲੱਗ ਪੈਂਦੀ ਹੈ। ਆਤਮਾ ਦੇ ਅੰਦਰ ਹਰ ਇੱਕ ਫੈਸਲੇ ਨੂੰ ਲੈਣ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਜੀਵਨ ਸੱਚ ਤੇ ਸਿਰਫ ਸੱਚ ਤੇ ਆ ਟਿਕਦਾ ਹੈ। ਅੰਮ੍ਰਿਤ ਸਾਚਾ ਨਾਮ ਹੈ, ਪਰਮਾਤਮਾ ਦਾ ਸਦਾ ਸਥਿਰ ਰਹਿਣ ਵਾਲਾ ਨਾਮ, ਆਤਮਿਕ ਜੀਵਨ ਦੇਣ ਵਾਲਾ ਰਸ ਹੈ, ਕਹਿਣਾ ਕਛੂ ਨਾ ਜਾਏ। ਉਸ ਦਾ ਸਵਾਦ ਦੱਸਿਆ ਨਹੀਂ ਜਾ ਸਕਦਾ। ਪੀਵਤ ਹੂੰ ਪ੍ਰਵਾਨ ਪਿਆ, ਪੂਰੇ ਸ਼ਬਦ ਸਮਾਏ। ਪੂਰੇ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਕੇ, ਪੀਵਤ ਹੂੰ ਪ੍ਰਵਾਨ ਪਿਆ, ਪੂਰਾ ਸ਼ਬਦ ਸਮਾਏ। ਸ਼ਬਦ ਦੱਦੇ ਨੂੰ ਸਿਹਾਰੀ ਹੈ, ਸਮਾਏ ਦਾ ਅਰਥ ਹੈ ਸ਼ਬਦ ਵਿੱਚ ਟਿਕ ਕੇ। ਪੂਰੇ ਗੁਰੂ ਦੇ ਸ਼ਬਦ ਵਿੱਚ ਜਦੋਂ ਮੈਂ ਲੀਨ ਹੋ ਗਿਆ, ਗੁਰੂ ਦੀ ਮੱਤ, ਗੁਰੂ ਦੇ ਉਪਦੇਸ਼ ਵਿੱਚ ਲੀਨ ਹੋ ਕੇ, ਹੁਕਮ ਰੂਪੀ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਰੂਪੀ ਰਸ ਹੁਣ ਇਹ ਆਤਮਾ ਪੀਣ ਲੱਗ ਪਈ। ਹੁਣ ਸਦਾ ਵਾਸਤੇ ਕੀ ਹੋਇਆ? ਪੀਵਤ ਹੂੰ ਪ੍ਰਵਾਨ ਪਿਆ। ਜਦੋਂ ਹੀ ਗੁਰੂ ਦੇ ਹੁਕਮ ਰੂਪੀ, ਗੁਰੂ ਦੇ ਸਿਧਾਂਤ ਰੂਪੀ ਉਪਦੇਸ਼ਾਂ ਦੇ ਇਸ ਅੰਮ੍ਰਿਤ ਨੂੰ ਮੈਂ ਪੀਣਾ ਸ਼ੁਰੂ ਕੀਤਾ, ਮੇਰਾ ਇਹ ਜੀਵਨ ਮੇਰੇ ਪ੍ਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਗਿਆ। ਪ੍ਰਵਾਨ ਪਿਆ, ਪੂਰੇ ਸ਼ਬਦ ਸਮਾਏ। ਜਦੋਂ ਮੈਂ ਪੂਰਨ ਸ਼ਬਦ ਦੀ ਵਿਚਾਰ ਨੂੰ, ਪੂਰਨ ਸ਼ਬਦ ਦੀ ਮੱਤ ਨੂੰ, ਗੁਰੂ ਦੇ ਗਿਆਨ ਨੂੰ ਆਪਣੇ ਮਨ ਨੂੰ ਸਮਝਾਉਣਾ ਸ਼ੁਰੂ ਕਰ ਦਿੱਤਾ, ਗੁਰੂ ਦੀ ਮੱਤ ਤੇ ਤੁਰਨਾ ਸ਼ੁਰੂ ਕਰ ਦਿੱਤਾ। ਅਗਲਾ ਬੰਦ ਹੈ ਤੀਸਰਾ, ਆਪੇ ਦੇ ਤਾਂ ਪਾਈਐ, ਹੋਰ ਕਰਨਾ ਕਿਛੂ ਨਾ ਜਾਏ। ਸਭ ਕਹਿੰਦੇ, ਹੇ ਵਾਹਿਗੁਰੂ ਜੀ,
ਇਹਦੇ ਵਿੱਚ ਹੁਣ ਜੇ ਮੈਂ ਇਹ ਅਹੰਕ ਕਰਕੇ ਕਹਾਂ ਕਿ ਇਹ ਮੈਂ ਪ੍ਰਾਪਤ ਕਰ ਰਿਹਾ, ਇਹ ਮੈਨੂੰ ਤੇਰੇ ਤੋਂ ਦੂਰ ਲੈ ਜਾਵੇਗਾ। ਮੈਨੂੰ ਤੇ ਇਹੀ ਸਮਝ ਪਈ ਹੈ ਤੂੰ ਹੀ ਤਰੁੱਠਿਆ ਹੈ। हे ਪਰਿਪੂਰਨ ਪ੍ਰਮਾਤਮਾ ਜੀ, ਤੂੰ ਆਪ ਹੀ ਤਰੁੱਠਿਆ ਹੈ। ਤੂੰ ਮੇਰੇ ਤੇ ਕਿਰਪਾ ਕਰਕੇ ਮੇਰੀਆਂ ਅਰਦਾਸਾਂ ਸੁਣੀਆਂ ਨੇ, ਆਪ ਦੇਨਤਾ ਪਾਈ ਹੈ। ਤੂੰ ਆਪ ਇਹ ਆਪਣੀ ਆਤਮਿਕ ਜੀਵਨ ਦੇਣ ਵਾਲੀ ਗੁਰੂ ਸ਼ਬਦ, ਗੁਰੂ ਗਿਆਨ ਰੂਪੀ ਦਾਤ ਮੇਰੀ ਝੋਲੀ ਵਿੱਚ ਪਾਈ ਹੈ। ਹੋਰ ਕਰਨਾ ਕਿਛੁ ਨਾ ਜਾਏ, ਜਿਸ ਦੀ ਤੇਰੀ ਮਿਹਰ ਦੇ ਸਦਕਾ ਹੀ ਇਹ ਜੀਵਨ ਮੇਰਾ ਸੱਚ ਦੇ ਰਸਤੇ ਤੇ ਤੁਰਿਆ ਹੈ, ਕਿਉਂਕਿ ਮੈਂ ਆਪਣੀ ਮੱਤ ਦੇ ਨਾਲ ਤੇ ਕਰ ਨਹੀਂ ਸੀ ਸਕਦਾ। ਤੇਰੇ ਬਿਨਾਂ ਤੇ ਹੋਰ ਕੋਈ ਚਾਰਾ ਨਹੀਂ, ਹੋਰ ਕੋਈ ਤਰੀਕਾ ਹੀ ਨਹੀਂ ਕੀਤਾ ਜਾ ਸਕਦਾ ਕਿ ਆਪਣੀ ਮਰਜ਼ੀ ਤੇ ਮੱਤ ਤੇ ਚੱਲ ਕੇ ਇਹ ਗਿਆਨ ਲਿਆ ਜਾਵੇ। ਇਹ ਤੂੰ ਹੀ ਬਖਸ਼ ਰਿਹਾ ਹੈ, ਆਪ ਦੇਤਾ ਪਾਈ ਹੈ। हे परमात्मा, तू आप ही दिना है, आप ही ये समझ बख्श ਦਿੱਤੀ है तू ਮੈਨੂੰ। ਮੇਰੀ ਮੱਤ ਤੇ ਕਿਸੇ ਕੰਮ ਦੀ ਨਹੀਂ ਸੀ। ਤੂੰ ਮੈਨੂੰ ਆਪਣੇ ਆਪ ਆਵਾਜ਼ ਮਾਰੀ, ਆਪਣੇ ਲੜ ਲਾ ਲਿਆ ਤੇ ਮੇਰੀ ਜ਼ਿੰਦਗੀ ਸੱਚ ਦੇ ਰਸਤੇ ਤੇ ਤੋਰ ਦਿੱਤੀ। ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਇਹ ਮਿਹਰ ਦਾ ਕਿਣਕਾ ਵਰਤਿਆ ਹੈ, ਮਿਹਰ ਦੀ ਕਿਰਪਾ ਵਰਤੀ ਹੈ ਕਿ ਮੇਰਾ ਜੀਵਨ ਸੱਚ ਦੇ ਰਸਤੇ ਤੇ ਤੁਰ ਪਿਆ ਹੈ। ਆਪ ਦੇਤਾ ਪਾਈ ਹੈ। ਤੂੰ ਆਪ ਹੀ ਕਿਰਪਾ ਕਰਕੇ ਇਹ ਆਪਣਾ ਆਤਮਿਕ ਜੀਵਨ ਦੇਣ ਵਾਲਾ ਗੁਰੂ ਸ਼ਬਦ ਮੇਰੀ ਝੋਲੀ 'ਚ ਪਾਇਆ ਹੈ। ਹੋਰ ਕਰਨਾ ਕੁਛ ਨਾ ਜਾਏ, ਹੋਰ ਕੋਈ ਚਾਰਾ ਤੇਰੇ ਅੱਗੇ ਚੱਲ ਹੀ ਨਹੀਂ ਸਕਦਾ। ਕੇਵਲ ਤੂੰ ਹੀ ਹੈ ਜੋ ਸਮੱਤ ਬਖਸ਼ ਦਵੇਂ। ਦੇਵਣ ਵਾਲੇ ਕੈ ਹੱਥ ਦਾਤ ਹੈ, ਗੁਰੂ ਦੁਆਰੇ ਪਾਏ। ਦੇਵਣ ਵਾਲੇ, ਦੇਣ ਵਾਲੇ ਦਾਤੇ ਪ੍ਰਮਾਤਮਾ ਵਾਹਿਗੁਰੂ ਜੀ, ਤੁਸੀਂ ਆਪ ਹੀ ਸਾਰੀਆਂ ਦਾਤਾਂ ਦੇ ਮਾਲਕ ਹੋ। ਤੁਹਾਡੀ ਹੀ ਮਰਜ਼ੀ ਚੱਲਣੀ ਹੈ, ਹੋਰ ਕਿਸੇ ਤੋਂ ਨਹੀਂ ਮਿਲਣੀ। ਤੁਸੀਂ ਹੀ ਕਿਰਪਾ ਕਰਨ ਵਾਲੇ ਹੋ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦਿਆਂ ਤੋਟ ਨਾ ਆਵੀ, ਅਗੰਤ ਭਰੇ ਭੰਡਾਰ। ਤੂੰ ਆਪ ਹੀ ਦਾਤਾ ਦੇਣ ਵਾਲਾ ਦਾਤਾ ਹੈ। ਤੇਰੇ ਬਿਨਾਂ ਹੋਰ ਕਿਸੇ ਕੋਲ ਇਹ ਪਾਵਰ ਨਹੀਂ। ਗੁਰੂ ਦੁਆਰੇ ਪਾਏ। ਹੁਣ ਗੁਰਦੁਆਰੇ ਮੀਨਸ ਗੁਰੂ ਦੀ ਬਿਲਡਿੰਗ ਦੇ ਨਾਲ ਨਹੀਂ, ਗੁਰੂਦੁਆਰੇ ਗੁਰੂ ਦੇ ਰਾਹੀਂ, ਗੁਰੂ ਸ਼ਬਦ ਦੇ ਰਾਹੀਂ, ਗੁਰੂ ਦੀ ਮੱਤ ਤੇ ਚੱਲ ਕੇ ਹੀ ਇਹ ਦਾਤ ਮਿਲਦੀ ਹੈ। ਗੁਰੂ ਦੇ ਗਿਆਨ ਤੇ ਚੱਲ ਕੇ ਹੀ ਸੱਚ ਰੂਪੀ ਜੀਵਨ ਦੀ ਦਾਤ ਮਿਲਦੀ ਹੈ। ਜੇ ਹਾ ਕੀ ਤੋਨ ਤੇ ਹਾ ਹੋਆ, ਜੇ ਹੈ ਕਰਮ ਕਮਾਏ। ਸਾਹਿਬ ਜੀ ਕਹਿੰਦੇ, ਜਿਹੋ ਜੇ ਤੂੰ ਕੰਮ ਕਰ ਰਿਹਾ ਐ ਮਨੁੱਖ, ਇਹ ਤੇਰੇ ਉੱਤੇ ਡਿਪੈਂਡ ਆ। ਪਰਮਾਤਮਾ ਨੇ ਹਰ ਇੱਕ ਜੀਵ ਦੇ ਵਿੱਚ ਸੱਚ ਦੀ ਸ਼ਕਤੀ ਪਾਈ ਹੈ। ਜਿਹੋ ਜੇ ਜੀਵ ਕੰਮ ਕਰਦਾ ਹੈ, ਉਹੋ ਜਿਹਾ ਉਹਦਾ ਸੁਭਾਅ ਬਣਦਾ ਜਾਂਦਾ ਹੈ। ਇਸ ਕਰਕੇ ਚਾਹੀਦਾ ਇਹ ਹੈ ਕਿ ਤੂੰ ਸੱਚ ਦੇ ਰਸਤੇ ਤੇ ਤੁਰੇ। ਜੇ ਹਾ ਕੀ ਤੋਨ, ਜਿਹੋ ਜੇ ਤੂੰ ਕੰਮ ਕਰੇਗਾ, ਤੇਹਾ ਹੋਆ, ਉਹੋ ਜਿਹਾ ਹੀ ਤੈਨੂੰ ਫਲ ਮਿਲੇਗਾ। ਜਿਹੇ ਕਰਮ ਕਮਾਏ, ਜਿਹੋ ਜੇ ਤੂੰ ਕੰਮ ਕਰ ਰਿਹਾ ਹੈ। ਇਸ ਕਰਕੇ ਤੂੰ ਸਿੱਧੇ ਰਸਤੇ ਤੇ ਤੁਰ, ਜੀਵਨ ਨੂੰ ਸੱਚ ਦੇ ਰਸਤੇ ਤੇ ਚਲਾ, ਤਾਂ ਕਿ ਤੇਰਾ ਜੀਵਨ, ਤੇਰੇ ਸੰਸਕਾਰ, ਤੇਰੇ ਕਰਮ ਸੱਚ ਦੇ ਬਣ। ਕਿਉਂਕਿ ਉਸ ਦੀ ਰਜ਼ਾ ਦੇ ਅਨੁਸਾਰ ਹੀ ਤੂੰ ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ। ਉਹਦੀ ਰਜ਼ਾ ਦੇ ਵਿੱਚ ਚੱਲ ਕੇ ਹੀ ਜੇਹਾ ਕੀ ਤੋਨ, ਜਿਹੋ ਜੇ ਤੂੰ ਕਰਮ ਕਰ ਰਿਹਾ ਹੈ, ਜਿਹੋ ਜੇ ਤੇਰਾ ਸੁਭਾਅ ਹੈ, ਤੇਹਾ ਹੋਆ, ਉਹੋ ਜਿਹੇ ਹੀ ਤੈਨੂੰ ਫਲ ਮਿਲਣੇ ਨੇ। ਜਿਹੇ ਕਰਮ ਕਮਾਏ, ਤੇ ਫਿਰ ਉਹੋ ਜਿਹੇ ਹੀ ਤੇਰੇ ਕੰਮ ਬਣਦੇ ਜਾਣੇ ਹਨ। ਇਹਦਾ ਮਤਲਬ ਕਿ ਤੇਰੇ ਕੰਮ ਸੱਚ ਦੇ ਹੋਣਗੇ, ਤੇਰੇ ਅੰਦਰ ਸੱਚ ਟਿਕੇਗਾ, ਤੇਰੇ ਸੱਚ ਵਾਲੇ ਬੰਨੇ ਨੂੰ ਜਾਣ ਨੂੰ ਜੀ ਕਰੇਗਾ, ਚੰਗੇ ਕੰਮ ਕਰਨ ਨੂੰ ਜੀ ਕਰੇਗਾ, ਤੇ ਮਨ ਗੁਰੂ ਦੀ ਰਜ਼ਾ ਤੇ ਭਾਣੇ ਵਿੱਚ ਤੁਰ ਪਵੇਗਾ। ਜਤ ਸਤ ਸੰਜਮ ਨਾਮ ਹੈ, ਵਿਣ ਨਾਮੈ ਨਿਰਮਲ ਨਾ ਹੋਏ। ਸਾਹਿਬ ਕਹਿੰਦੇ ਜਤ ਦਾ ਅਰਥ ਹੈ ਉੱਚਾ ਸੁੱਚਾ ਆਚਰਣ, ਸਤ ਦਾ ਅਰਥ ਹੈ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ, ਸੱਚ ਦੇ ਰਸਤੇ ਤੁਰਨਾ। ਸੰਜਮ ਦਾ ਅਰਥ ਹੈ ਸਹਿਜ। ਸਾਹਿਬ ਕਹਿੰਦੇ ਮਨੁੱਖ ਆਪਣੇ ਜੀਵਨ ਨੂੰ ਪਵਿੱਤਰ ਕਰਨ ਵਾਸਤੇ ਜਤ ਸਤ ਸੰਜਮ ਆਦਿਕ ਸਾਧਦਾ ਹੈ।
ਇਹ ਬਾਹਰ ਦੇ ਕਰਮਕਾਂਡ ਤੇ ਪਖੰਡਾਂ ਦੇ ਉੱਤੇ ਜੀਵਨ ਲਾ ਰਿਹਾ ਹੈ। ਪਰ ਅਸਲੀ ਜੀਵਨ ਦੀ ਜੁਗਤੀ ਕਦੋਂ ਸਮਝ ਆਉਂਦੀ ਹੈ? ਜਦੋਂ ਉਹ ਗੁਰੂ ਦੀ ਮੱਤ ਤੇ ਤੁਰਦਾ ਹੈ। ਹੁਣ ਤੁਸੀਂ ਬਾਹਰ ਜੋਗੀ ਕਰਮਕਾਂਡ ਕਰਦੇ ਹਨ, ਉਹ ਕਹਿੰਦੇ ਅਸੀਂ ਬ੍ਰਹਮਚਾਰੀ ਹਾਂ, ਅਸੀਂ ਵਿਆਹ ਨਹੀਂ ਕਰਾਉਂਦੇ। ਉਹ ਕੰਧ ਮੂਲ ਛੱਕ ਕੇ ਆਪਣਾ ਗੁਜ਼ਾਰਾ ਕਰਦੇ ਹਨ। ਸਾਹਿਬ ਕਹਿੰਦੇ ਧਾਰਮਿਕ ਦੁਨੀਆ ਦੇ ਵਿੱਚ ਪਖੰਡ ਦੇ ਰਾਹੀਂ ਮਨੁੱਖ ਜਤ ਸੱਤ ਦਾ ਧਾਰਨੀ ਬਣਨਾ ਚਾਹੁੰਦਾ ਹੈ। ਪਰ ਇਹ ਜਤ ਸੱਤ ਦਾ ਧਾਰਨੀ ਪਖੰਡਾਂ ਨਾਲ ਨਹੀਂ ਹੋਣਾ। ਜਤ ਸੱਤ ਸੰਜਮ ਨਾਮ ਹੈ। ਜਤ ਉੱਚਾ ਸੁੱਚਾ ਆਚਰਣ, ਸੱਤ ਆਪਣੇ ਆਪ ਨੂੰ ਵਿਕਾਰਾਂ ਦੇ ਬੰਧਨਾਂ ਤੋਂ, ਵਿਕਾਰਾਂ ਤੋਂ ਰੋਕ ਕੇ ਰੱਖਣਾ, ਸੰਜਮ ਉਹਨੂੰ ਕੰਟਰੋਲ 'ਚ ਰੱਖਣਾ। ਇਹ ਸਾਰੀ ਦੀ ਸਾਰੀ ਬਿਰਤੀ ਜੁਗਤੀ ਸਮਝ ਆਉਂਦੀ ਹੈ, ਨਾਮ ਹੈ। ਗੁਰੂ ਦੇ ਹੁਕਮ ਦੇ ਵਿੱਚ ਤੁਰ ਕੇ, ਗੁਰੂ ਦੀ ਮੱਤ ਤੇ ਤੁਰ ਕੇ। ਵੇ ਨਾਵੇਂ ਨਿਰਮਲ ਨਾ ਹੋਏ। ਜੇ ਜੀਵਨ ਦੇ ਵਿੱਚ ਗੁਰੂ ਦੀ ਮੱਤ ਨਹੀਂ ਕਰ ਕੀਤੀ, ਉਹਦਾ ਹੁਕਮ ਨਹੀਂ ਕਰ ਕੀਤਾ, ਫਿਰ ਇਹ ਮਨ ਮੈਲ ਤੋਂ ਰਹਿਤ ਨਹੀਂ ਹੋ ਸਕਦਾ। ਫਿਰ ਮਨੁੱਖ ਭਾਵੇਂ ਕਿਤਨੇ ਪਖੰਡ ਕਰੇ ਕਿ ਮੈਂ ਆਪਣੇ ਜਤ ਸੱਤ ਦਾ ਧਾਰਨੀ ਰਵਾਂ, ਸਭ ਕਹਿੰਦੇ ਨਹੀਂ ਰਹਿ ਸਕਦਾ। ਕਿਉਂਕਿ ਬੰਧਨ ਇਹਦੇ ਵਿੱਚ ਜੇ ਕੋਈ ਬੰਨਣ ਵਾਲਾ ਹੈ ਤੇ ਉਹ ਗੁਰੂ ਦੀ ਮੱਤ ਹੈ, ਗੁਰੂ ਦਾ ਉਪਦੇਸ਼ ਹੈ, ਗੁਰੂ ਦਾ ਗਿਆਨ ਹੈ। ਪੂਰੇ ਭਾਗ ਨਾ ਮਨ ਵਸੈ, ਸ਼ਬਦ ਮਿਲਾਵਾ ਹੋਏ। ਸਭ ਕਹਿੰਦੇ ਸਮਝ ਲਓ ਉਹ ਗੁਰੂ ਦੇ ਸਿੱਖ ਭਾਗਾਂ ਵਾਲੇ ਨੇ, ਜਿਨ੍ਹਾਂ ਨੂੰ ਇਸ ਜੀਵਨ ਦੇ ਵਿੱਚ ਗੁਰੂ ਦੇ ਸ਼ਬਦ ਦੀ ਵਿਚਾਰ ਸਮਝ ਆਉਣ ਲੱਗ ਪਈ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਸ਼ਬਦ ਨਾਲ ਜੋੜ ਲਿਆ ਹੈ, ਗੁਰੂ ਦੀ ਮੱਤ ਤੇ ਤੁਰਨ ਦਾ ਪ੍ਰਣ ਕਰ ਲਿਆ ਹੈ। ਕਹਿੰਦੇ ਉਹ ਵੱਡੇ ਭਾਗ ਵਾਲੇ ਨੇ, ਵੱਡੀ ਕਿਸਮਤ ਵਾਲੇ ਨੇ, ਜਿਨ੍ਹਾਂ ਨੇ ਆਪਣੇ ਮਨ ਵਿੱਚ ਸਦਾ ਅਟਲ ਰਹਿਣ ਵਾਲੇ ਗੁਰੂ ਦੇ ਸਿਧਾਂਤ ਨੂੰ, ਉਹਦੇ ਉਪਦੇਸ਼ ਨੂੰ ਜੀਵਨ 'ਚ ਵਸਾ ਲਿਆ ਹੈ ਤੇ ਉਹਨਾਂ ਨੂੰ ਪਰਿਪੂਰਨ ਪਰਮਾਤਮਾ ਮਿਲ ਗਿਆ ਹੈ। ਆਖਰੀਆਂ ਪੰਕਤੀਆਂ ਪਾਵਨ ਸ਼ਬਦ ਦੀਆਂ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਨਾਨਕ ਸੰਬੋਧਨ ਹੈ ਗੁਰੂ ਅਮਰਦਾਸ ਸਾਹਿਬ ਜੀ ਕਰ ਰਹੇ। ਸਹਿਜੇ ਹੀ, ਸਹਿਜ ਦਾ ਅਰਥ ਹੈ ਆਤਮਿਕ ਅਡੋਲਤਾ। ਆਤਮਿਕ ਅਡੋਲਤਾ ਮੀਨਸ ਕਿ ਮਨ ਵਿੱਚ ਹਜੇ ਨਾ ਸਾਡੇ ਬੜਾ ਅਸੀਂ ਡੋਲਦੇ ਹਾਂ। ਡੋਲਦੇ ਮੀਨਸ ਕਨਫਿਊਜ਼ਨ ਆ, ਆਹ ਕਰੀਏ ਕਿ ਨਾ ਕਰੀਏ, ਪਤਾ ਨਹੀਂ। ਗੁਰਬਾਣੀ ਰੋਜ਼ ਪੜ੍ਹਦੇ ਹਾਂ, ਪਤਾ ਨਹੀਂ ਇਹਦਾ ਫਲ ਮਿਲਣਾ ਕਿ ਨਹੀਂ ਮਿਲਣਾ। ਪਾਠ ਕੀਤੇ ਆ ਕੀ ਹੋਊਗਾ, ਬਾਣੀ ਦੀ ਵਿਚਾਰ ਕੀਤੇ ਆ ਕੀ ਹੋਊਗਾ, ਆਦਿ ਕਿਹੋ ਜਿਹੇ ਕਈ ਸਵਾਲ ਸਾਡੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ, ਜੋ ਸਾਡੀ ਆਤਮਾ, ਸਾਡੇ ਫੈਸਲਿਆਂ ਨੂੰ ਡਲਾਉਂਦੇ ਨੇ। ਪਰ ਗੁਰੂ ਦਾ ਸਿੱਖ ਐਵੇਂ ਨਹੀਂ ਹੈ। ਗੁਰੂ ਦੇ ਸਿੱਖ ਨੂੰ ਗੁਰੂ ਦੀ ਮੱਤ ਤੇ ਤੁਰ ਕੇ ਗੱਲ ਸਮਝ ਪੈ ਗਈ ਹੈ। ਡਿੱਗੈ ਨਾ ਡੋਲੈ, ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੇ। ਗੁਰੂ ਦਾ ਸਿੱਖ ਕਿਸੇ ਵੀ ਹਾਲਤਾਂ ਵਿੱਚ ਨਾ ਡੋਲਦਾ ਹੈ ਨਾ ਡਿੱਗਦਾ ਹੈ, ਕਿਉਂਕਿ ਉਹ ਚੜ੍ਹਦੀ ਕਲਾ ਤੇ ਆਤਮਿਕ ਅਵਸਥਾ ਵਿੱਚ ਰਹਿੰਦਾ ਹੈ। ਉਹ ਤੇ ਇਹੀ ਕਹਿੰਦਾ, ਜੇ ਸੁਖ ਦੇਣ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਤੇ ਆਈ। ਗੁਰੂ ਦਾ ਸਿੱਖ ਦੁੱਖਾਂ ਤੋਂ ਭੱਜਣ ਦੀ ਅਰਦਾਸ ਨਹੀਂ ਕਰਦਾ, ਉਹ ਦੁੱਖਾਂ ਦੇ ਵਿੱਚ ਡਟ ਕੇ ਮੁਕਾਬਲਾ ਕਰਨ ਦੀ ਅਰਦਾਸ ਕਰਦਾ ਹੈ ਕਿ ਹੇ ਪ੍ਰਮਾਤਮਾ ਜੀ ਰਹਿਮਤ ਕਰ, ਮੈਂ ਜੇ ਤੂੰ ਮੈਨੂੰ ਇਹ ਦੁੱਖਾਂ ਦਾ ਪਰਚਾ ਪਾਇਆ ਵਾ ਨਾ, ਤੇ ਮੈਂ ਇਸ ਪਰਚੇ ਵਿੱਚ ਤੈਨੂੰ ਪਾਸ ਹੋ ਕੇ ਵਿਖਾਵਾਂ। ਤੁਸੀਂ ਦੇਖੋ ਇੱਕ ਸੋਲਜਰ ਜਦੋਂ ਦੌੜਦਾ ਨਾ, ਉਹਦੇ ਸਾਹਮਣੇ ਇੰਨੇ ਦੁੱਖ ਪੈਦਾ ਕੀਤੇ ਜਾਂਦੇ ਨੇ, ਕਦੀ ਕੰਡਿਆਂ ਦੀ ਤਾਰ ਲਾਈ ਜਾਂਦੀ ਹੈ, ਚਿੱਕੜ ਲਾਇਆ ਜਾਂਦਾ ਹੈ, ਆਦਿਕ ਪਤਾ ਨਹੀਂ ਕਿ ਕਿੰਨੇ ਉਹਨੂੰ ਆਪਣੇ ਜਿਹੜੇ ਟਾਸਕ ਜਿਹੜੇ ਨੇ ਉਹ ਪੂਰੇ ਕਰਨੇ ਪੈਂਦੇ ਨੇ ਇੱਕ ਚੰਗਾ ਕਰਨਲ ਬਣਨ ਵਾਸਤੇ। ਇਵੇਂ ਇੱਕ ਚੰਗੇ ਗੁਰਸਿੱਖ ਬਣਨ ਵਾਸਤੇ ਇਹ ਜ਼ਿੰਦਗੀ ਦੇ ਟਾਸਕ ਨੇ। ਕਿਤੇ ਦੁੱਖ ਆ ਗਿਆ, ਕਿਤੇ ਤਕਲੀਫ ਆ ਗਈ, ਕਿਤੇ ਉਤਾਰ ਚੜਾਵ ਆ ਗਏ, ਕਿਤੇ ਗਰੀਬੀ ਆ ਗਈ, ਕਿਤੇ ਅਮੀਰੀ ਆ ਗਈ। ਇਹ ਸਾਰੇ ਉਹ ਟਾਸਕ ਨੇ। ਜੇ ਅਸੀਂ ਉਹਨਾਂ ਟਾਸਕਾਂ ਨੂੰ ਇਮਾਨਦਾਰੀ ਦੇ ਨਾਲ ਗੁਰੂ ਦੇ ਦੱਸੇ ਇਲਮ ਤੇ ਚੱਲ ਕੇ, ਸਿਧਾਂਤ ਤੇ ਚੱਲ ਕੇ, ਵਿਦਿਆ ਤੇ ਚੱਲ ਕੇ ਸਫਲ ਕਰ ਲਵਾਂਗੇ ਤੇ ਗੁਰਮੁਖ ਜਨਮ ਸਵਾਰ ਦਰਗੇ ਚਲਿਆ, ਆਪਣੀ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਵਾਂਗੇ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੇ ਕੋਏ। ਹੇ ਨਾਨਕ, ਜਿਹੜਾ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਹੜਾ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੇ ਪ੍ਰੇਮ ਰੂਪੀ ਰੰਗ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ, ਉਹ ਮਨੁੱਖ ਪ੍ਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ। ਉਹ ਰੱਬ ਵਰਗਾ ਬਣ ਜਾਂਦਾ ਹੈ ਉਹਦੇ ਵਿੱਚ, ਤੇ ਪ੍ਰਮਾਤਮਾ ਦੇ ਵਿੱਚ ਫਿਰ ਕੋਈ ਫਰਕ, ਕੋਈ ਭੇਦ ਨਹੀਂ ਰਹਿੰਦਾ। ਇਹ ਅੱਜ ਦਾ ਪਾਵਨ ਸ਼ਬਦ 50 ਨੰਬਰ ਸ਼ਬਦ ਆਪਾਂ ਸਰਵਣ ਕੀਤਾ ਹੈ।
ਜਿਹਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਬੜੀ ਪਿਆਰੀਆਂ ਪਿਆਰੀਆਂ ਜੁਗਤੀਆਂ ਸਾਨੂੰ ਦਸੀਆਂ ਨੇ ਕਿਵੇਂ ਅਸੀਂ ਆਪਣੇ ਆਪ ਨੂੰ ਗੁਰਮਤ ਦੇ ਨਾਲ ਜੋੜਨਾ ਹੈ। ਸਾਹਿਬ ਜੀ ਕਹਿੰਦੇ ਨੇ ਸਾਰਾ ਜ਼ਿੰਦਗੀ ਜੇ ਵਿਕਾਰਾਂ ਦੇ ਪਿੱਛੇ ਲੱਗ ਕੇ ਬਤੀਤ ਕਰ ਲਈ ਤੇ ਫਿਰ ਇਹ ਜੀਵਨ ਖੁਆ ਰਿਹਾ। ਇਸ ਜੀਵਨ ਦੇ ਵਿੱਚੋਂ ਜੇ ਸੱਚ ਲੱਭਣਾ ਚਾਹੁੰਦਾ ਹੈ ਤੇ ਗੁਰੂ ਦੇ ਦੱਸੇ ਰਸਤੇ ਨੂੰ ਅਪਣਾ, ਗੁਰੂ ਦੀ ਮੱਤ ਤੇ ਤੁਰ, ਤਾਂ ਕਿ ਇਹ ਜੀਵਨ ਗੁਰੂ ਜੀ ਦੇ ਘਰ ਵਿੱਚ ਪ੍ਰਵਾਨ ਹੋ ਜਾਵੇ ਤੇ ਸਤਿਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਇਹ ਜੀਵਨ ਸਫਲ ਹੋ ਜਾਵੇ। ਬੇਅੰਤ ਭੁੱਲਾਂ ਗਲਤੀਆਂ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਨੇ। ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ, ਸਤਿਗੁਰੂ ਜੀ ਬਖਸ਼ ਲੈਣ। ਆਪ ਪਿਆਰ ਸਤਿਕਾਰ ਸਦਾ ਗੁਰੂ ਸ਼ਬਦ ਦਾ ਕਰਦੇ ਰਹੀਏ, ਵੱਧ ਤੋਂ ਵੱਧ ਸਤਿਕਾਰ ਗੁਰੂ ਗ੍ਰੰਥ ਸਾਹਿਬ ਦਾ ਕਰੀਏ। ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।